ਸੁਪਰੀਮ ਕੋਰਟ ਨੇ ਕਿਹਾ ਗਵਰਨਮੈਂਟ ਨੂੰ ਕਿ ਵੀ ਤੁਸੀਂ ਵਿਕਾਸ ਕਰ ਰਹੇ ਹੋ, ਲੋਕ ਤਾਂ ਭੁੱਖੇ ਮਰ ਰਹੇ ਆ, ਰੋਟੀ ਨਹੀਂ ਮਿਲ ਰਹੀ ਉਹਨਾਂ ਨੂੰ। ਲੰਕਾ ਹਾਲ ਹੋ ਜਾਏਗਾ ਤੁਹਾਡਾ, ਤੁਹਾਡੇ ਕੋਲ ਪੈਸਾ ਕਿੱਥੋਂ ਆਏਗਾ? ਤੁਸੀਂ ਪੈਸੇ ਦੀ ਕੀਮਤ ਘਟਾ ਰਹੇ ਆ। ਤੁਸੀਂ ਇਹ ਦੇਖੋ, ਇਹ ਲੋਕ ਆ ਜਿਹੜੇ ਰੱਜ ਕੇ ਪੈਸੇ ਕਮਾਉਂਦੇ ਆ ਜੀ, ਫਿਰ ਪੈਸਿਆਂ ਦੇ ਪਿੱਛੇ ਇਹਨਾਂ ਦੇ ਘਰਾਂ ਦੇ ਵਿੱਚ ਲੜਾਈਆਂ ਹੁੰਦੀਆਂ। ਬੜਾ ਦੁਖਦਾਈ ਸਾਬਤ ਹੋਇਆ ਦੋਨਾਂ ਮੁਲਕਾਂ ਦੇ ਵਿੱਚ ਹੀ। ਔਰ ਨਿਊਯਾਰਕ ਦੇ ਵਿੱਚ ਜਿਹੜੀ ਲੜਕੀ ਨੇ ਸੁਇਸਾਈਡ ਕੀਤਾ ਜਿਹੜਾ ਹੈਗਾ, ਬੜੀ ਦੁਖਦਾਈ ਘਟਨਾ ਹੈ, ਕਿਉਂਕਿ ਉਹਦੇ 2 ਬੱਚੇ ਆ, ਇੱਕ ਲੜਕੀ 6 ਸਾਲ ਦੀ ਹੈ, ਇੱਕ ਲੜਕੀ 4 ਸਾਲ ਦੀ ਹੈ। ਲੇਡੀ ਨੇ ਸੁਇਸਾਈਡ ਕੀਤਾ, ਉਹਦੇ ਹਸਬੈਂਡ ਨੂੰ ਜੇ ਸਜ਼ਾਏ ਮੌਤ ਹੋਵੇ ਤਾਂ ਅਮਰੀਕਾ 'ਚ ਉਹ ਦੇਣੀ ਚਾਹੀਦੀ ਹੈ, ਪਰ ਉਹ ਹੈ ਨਹੀਂ। ਹੁਣ ਉਹਨੂੰ ਲਾਈਫ ਪ੍ਰਿਜ਼ਨ ਹੈ ਜਿਹੜੀ ਉਹ ਦੇਣੀ ਚਾਹੀਦੀ ਹੈ, ਜਿਹਦੇ ਵਿੱਚ ਤਕੜੀ ਮੁਸ਼ੱਕਤ ਹੋਣੀ ਚਾਹੀਦੀ ਹੈ। ਕਿਵੇਂ ਉਸਨੇ ਆਪਣੀ ਜਾਨ ਦੇ ਦਿੱਤੀ, ਕਿੰਨੀ ਉਹ ਤੰਗ ਪਰੇਸ਼ਾਨ ਸੀ, ਜਿਸ ਤਰੀਕੇ ਦੀਆਂ ਉਹਨਾਂ ਦੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ, ਕਿਵੇਂ ਉਹ ਰੋ ਕੇ ਆਪਣਾ ਸਭ ਕੁਝ ਦੱਸ ਰਹੀ ਹੈ, ਕਿਵੇਂ ਉਹ ਆਪਣੇ ਜਿਸਮ ਤੇ ਆਪਣੇ ਸਰੀਰ ਤੇ ਲੱਗੇ ਨਿਸ਼ਾਨ ਨੇ ਜਿਹੜੇ ਸੱਟਾਂ ਦੇ ਉਹ ਦਿਖਾ ਰਹੀ ਹੈ ਕਿ ਮੇਰੇ ਨਾਲ ਇਹ ਸਭ ਕੁਝ ਹੁੰਦਾ ਹੈ ਤੇ ਮੈਂ ਹੁਣ ਜਾਵਾਂ ਤਾਂ ਜਾਵਾਂ ਕਿ ਉਹਨੂੰ ਜੋ ਟਾਰਚਰ ਕਰਦਾ ਸੀ ਆਪਣੀ ਵਾਈਫ ਨੂੰ, ਉਹਦੇ ਪੁਲਿਸ ਨੂੰ ਕਾਲ ਕਰਦੀ ਤਾਂ ਉਹਨਾਂ ਨੇ ਇਹੋ ਜਿਹਾ ਉਹਨੂੰ ਦਮ ਕਰਨਾ ਹੀ, ਉਹ ਮੁੜ ਕੇ ਭੁੱਲ ਜਾਂਦਾ ਕਿ ਮੈਂ ਕਿਸੇ ਨੂੰ ਟਾਰਚ ਕਰਨਾ। ਸਤਿ ਸ਼੍ਰੀ ਅਕਾਲ ਜੀ, ਮੈਂ ਨਵਦੀਪ ਤਾਲੀਵਾਲ। ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼। ਇਹ ਪ੍ਰੋਗਰਾਮ ਹੈ ਜਿਹੜਾ ਹੁੰਦਾ ਹਫ਼ਤੇ ਦੇ ਵਿੱਚ 2 ਦਿਨ ਲਾਈਵ ਅਸੀਂ ਲੈ ਕੇ ਆਉਂਦੇ ਹਾਂ ਵੱਖੋ ਵੱਖ ਅਖਬਾਰਾਂ ਦੀਆਂ ਸਰਗਰਮੀਆਂ। ਤੁਸੀਂ ਵੀ ਜੁੜਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ, ਜਿਸ ਦੇ ਲਈ ਲਗਾਤਾਰ 2 ਨੰਬਰ ਸਕਰੀਨ ਤੇ ਫਲੈਸ਼ ਹੋ ਰਹੇ ਨੇ। ਇਹਨਾਂ ਨੰਬਰਾਂ ਤੇ ਤੁਸੀਂ ਸਾਨੂੰ ਕਾਲ ਕਰਨੀ ਹੈ ਤੇ ਸਿੱਧਾ ਰਾਬਤਾ ਬਣਾਉਣਾ ਜੀ। ਚੰਡੀਗੜ੍ਹ ਸਟੂਡੀਓ ਦੇ ਵਿੱਚ ਪਹਿਲਾ ਨੰਬਰ ਹੈਗਾ 888 923 2656। ਦੁਨੀਆ ਦੇ ਕਿਸੇ ਵੀ ਮੁਲਕ ਦੇ ਵਿੱਚ ਤੁਸੀਂ ਬੈਠੇ ਹੋ, ਡਾਇਰੈਕਟ ਇਸ ਨੰਬਰ ਤੇ ਸਾਡੇ ਨਾਲ ਆਪਣਾ ਰਾਬਤਾ ਕਾਇਮ ਕਰ ਸਕਦੇ ਹੋ। ਤੇ ਅਗਲਾ ਨੰਬਰ ਪੰਜਾਬ ਤੇ ਭਾਰਤ ਦੇ ਵਸਨੀਕਾਂ ਦੇ ਲਈ ਅਸੀਂ ਰੱਖਿਆ ਹੈਗਾ, ਉਹ ਨੰਬਰ ਹੈਗਾ ਜੀ 88 725 88 835। ਤਾਂ ਤੁਹਾਡੇ ਪਿੰਡ, ਤੁਹਾਡੇ ਸ਼ਹਿਰ, ਤੁਹਾਡੀ ਗਲੀ ਮੁਹੱਲੇ ਦੀ ਕੋਈ ਵੀ ਵੱਡੀ ਖਬਰ ਹੁੰਦੀ ਹੈ ਜਿਹੜੀ ਅਖਬਾਰਾਂ ਦੀਆਂ ਸੁਰਖੀਆਂ ਨਹੀਂ ਬਣ ਸਕਦੀ ਤੇ ਟੈਲੀਵਿਜ਼ਨ ਦੇ ਜ਼ਰੀਏ ਨਹੀਂ ਦਿਖਾ ਸਕਦੇ, ਉਹ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਲਵਾਂਗੇ। ਪ੍ਰੋਗਰਾਮ ਚੱਲ ਰਿਹਾ ਜੀ ਲਾਈਵ ਲਗਾਤਾਰ, ਤੁਸੀਂ ਟੈਲੀਵਿਜ਼ਨ ਦੇ ਜ਼ਰੀਏ ਸਾਨੂੰ ਲਾਈਵ ਦੇਖ ਰਹੇ ਹੋ ਤੇ ਨਾਲ ਪ੍ਰੋਗਰਾਮ ਫੇਸਬੁੱਕ ਤੇ ਵੀ ਲਾਈਵ ਜਾ ਰਿਹਾ। ਆਪਣੇ ਸਵਾਲ ਤੇ ਸੁਝਾਅ ਕਮੈਂਟਸ ਦੇ ਜ਼ਰੀਏ ਤੁਸੀਂ ਉੱਥੇ ਵੀ ਰੱਖ ਸਕਦੇ ਹੋ। ਤੇ ਹੁਣ ਅਸੀਂ ਸਵਾਗਤ ਕਰਾਂਗੇ ਸਾਡੇ ਇਸ ਪ੍ਰੋਗਰਾਮ ਦੇ ਇੱਕ ਨਵੇਂ ਚਿਹਰੇ ਤੇ ਸੀਨੀਅਰ ਪੱਤਰਕਾਰ ਬਲਦੀਪ ਸਿੰਘ ਕੰਗ ਜੀ ਦਾ। ਸਤਿ ਸ਼੍ਰੀ ਅਕਾਲ ਬਲਦੀਪ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਨਵਦੀਪ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਔਰ ਜੋ तमाम ਦਰਸ਼ਕ ਦੇਖ ਰਹੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਇਸ ਪ੍ਰੋਗਰਾਮ ਜੀ। ਬਿਲਕੁਲ, ਤਾਂ ਦਰਸ਼ਕਾਂ ਦੀ ਜਾਣਕਾਰੀ ਦੇ ਵਿੱਚ ਵਾਧਾ ਕਰ ਦੇਵਾਂ ਕਿ ਬਲਦੀਪ ਸਿੰਘ ਕੰਗ ਗਲੋਬਲ ਪੰਜਾਬ ਪਰਿਵਾਰ ਦੇ ਨਵੇਂ ਮੈਂਬਰ ਨੇ ਤੇ ਅੱਜ ਤੋਂ ਨਿਊਜ਼ ਬਿਹਾਈਂਡ ਨਿਊਜ਼ ਆਪਣੇ ਦੇ ਨਾਲ ਇਹ ਵੀ ਲਾਈਵ ਜਿਹੜਾ ਉਹ ਕਰਿਆ ਕਰਨਗੇ। ਸੋ ਆਪਾਂ ਸਾਰੇ ਜਿਹੜੇ ਹੈਗੇ ਜਿਹੜੇ ਸਵਾਲ ਨੇ ਤੁਹਾਡੇ ਉਹਨਾਂ ਦੇ ਜਵਾਬ ਦੇਣਗੇ ਤੇ ਪ੍ਰੋਗਰਾਮ ਦੇ ਵਿੱਚ ਲਗਾਤਾਰ ਲਾਈਵ ਨੇ ਜਿਹੜੇ ਅਕਸਰ ਸਾਡੇ ਨਾਲ ਇਹ ਬਣਦੇ ਰਹਿਣਗੇ। ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਹੋਰ ਵੀ ਇਹਨਾਂ ਨੂੰ ਵੇਖੋਗੇ ਤਾਂ ਕਈ ਪ੍ਰੋਗਰਾਮਾਂ ਦੇ ਵਿੱਚ ਆਉਣ ਵਾਲੇ ਸਮੇਂ 'ਚ ਤੁਹਾਨੂੰ ਦਿਖਣਗੇ। ਅੱਜ ਦੀਆਂ ਖਬਰਾਂ ਹਰ ਵਾਰ ਦੀ ਤਰ੍ਹਾਂ ਅਹਿਮ ਰਹਿਣ ਵਾਲੀਆਂ ਨੇ। ਸਭ ਤੋਂ ਪਹਿਲਾਂ ਮੈਂ ਅਕਸਰ ਗੱਲ ਕਰਦੀ ਹੁੰਦੀ ਹਾਂ ਕਿ ਪੰਜਾਬ ਸਾਡੇ ਲਈ ਅਹਿਮ ਹੁੰਦਾ ਕਿਉਂਕਿ 7 ਸਮੁੰਦਰ ਪਾਰ ਬੈਠੇ ਪੰਜਾਬੀ ਹੈ ਜਿਹੜੇ ਉਹ ਪੰਜਾਬ ਬਾਰੇ ਸੁਣਨਾ ਮੰਗਦੇ ਹੁੰਦੇ ਨੇ। ਪੰਜਾਬ 'ਚ ਕੀ ਕੁਝ ਖਾਸ ਚੱਲ ਰਿਹਾ, ਪੰਜਾਬ ਦੇ ਲੋਕਾਂ ਦੇ ਵਿੱਚ ਕੀ ਖਾਸ ਚੱਲ ਰਿਹਾ, ਰਾਜਨੀਤਿਕ ਪਾਰਟੀਆਂ ਨੇ ਜਿਹੜੀਆਂ ਉਹ ਕੀ ਕਰ ਰਹੀਆਂ ਨੇ। ਤਾਂ ਆਮ ਆਦਮੀ ਪਾਰਟੀ ਦੀ ਜੇ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਕੁਛ ਨਾ ਕੁਛ ਨਵਾਂ ਕਰਦੀ ਹੋਈ ਨਜ਼ਰ ਆਉਂਦੀ ਹੈ। ਬੇਸ਼ੱਕ ਉਹਨਾਂ 'ਤੇ ਬਹੁਤ ਜ਼ਿਆਦਾ ਇਲਜ਼ਾਮ ਲੱਗਦੇ ਨੇ, ਭਾਵੇਂ ਉਹਨਾਂ 'ਤੇ ਇਲਜ਼ਾਮ ਲੱਗਦੇ ਨੇ ਕਿ ਖਰਚਾ ਬਹੁਤ ਜ਼ਿਆਦਾ ਕਰਦੀ ਹੈ ਜੀ, ਕਿਤੇ ਨਾ ਕਿਤੇ ਕੁਛ ਨਾ ਕੁਛ ਇਹਨਾਂ ਨੇ ਐਸੀ ਗੜਬੜੀ ਕਰਤੀ, ਕਿਸੇ ਦੀ ਬੇਇੱਜ਼ਤੀ ਕਰਤੀ, ਕਿਸੇ ਦੀ ਇਨਸਲਟ ਕਰਤੀ, ਕਿਸੇ 'ਤੇ ਜਾ ਕੇ ਹੜਕੰਪ ਮਚਾ ਦਿੱਤਾ ਜੀ, ਇਹ ਬਹੁਤ ਸਾਰੇ ਇਲਜ਼ਾਮ ਲੱਗਦੇ ਨੇ। ਪਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹ ਚੰਗੀਆਂ ਕਰਦੇ ਹੋਈਆਂ ਵੀ ਨਜ਼ਰ ਆਉਂਦੇ ਨੇ ਕਿਉਂਕਿ ਇਤਿਹਾਸਿਕ ਫੈਸਲੇ ਇਹਨਾਂ ਵੱਲੋਂ ਬਹੁਤ ਜ਼ਿਆਦਾ ਲਏ ਜਾਂਦੇ ਨੇ। ਜੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਸਮੇਂ ਦੇ ਮੁਤਾਬਿਕ ਸਵੇਰ ਦਾ ਟਾਈਮ ਹੈ ਤਾਂ ਅੱਜ ਜਿਹੜੀ ਖਬਰ ਹੈ ਉਹ ਮਿਲੀ ਹੈ ਕਿ ਪਿਛਲੇ 1 ਸਾਲ ਪਹਿਲਾਂ, ਜਿਵੇਂ ਕਿ ਸਾਨੂੰ ਸਭ ਨੂੰ ਪਤਾ ਕਿ ਕਿਸ ਤਰੀਕੇ ਦੇ ਨਾਲ ਕਿਸਾਨੀ ਸੰਘਰਸ਼ ਰਿਹਾ 3 ਕਾਲੇ ਕਾਨੂੰਨਾਂ ਨੂੰ ਲੈ ਕੇ, ਉਸ ਦੇ ਖਿਲਾਫ ਕਿਵੇਂ ਪੂਰੇ ਦੇਸ਼ ਭਰ ਦੇ ਕਿਸਾਨਾਂ ਨੇ ਦਿੱਲੀ ਦੀਆਂ ਬਰੂਹਾਂ ਤੇ ਡੇਰੇ ਲਾਏ। ਬਹੁਤ ਸਾਰੇ ਸਾਡੇ ਕਿਸਾਨ ਨੇ, ਤਕਰੀਬਨ 800 ਦੇ ਕਰੀਬ ਕਿਸਾਨ ਨੇ ਜਿਹੜੇ ਪੰਜਾਬ ਦੇ ਜਿਹੜੇ ਸ਼ਹਾਦਤ ਦਾ ਜਾਮ ਪੀ ਗਏ। ਕਈਆਂ ਦਾ ਦੁਰਘਟਨਾਵਾਂ ਦੇ ਵਿੱਚ ਮੌਤ ਹੋ ਗਈ, ਕਈਆਂ ਨੇ ਉੱਥੇ ਖੁਦਕੁਸ਼ੀਆਂ ਕਰ ਲਈਆਂ। ਬਹੁਤ ਸਾਰਾ ਐਸਾ ਮੰਜ਼ਰ ਸੀਗਾ ਜੋ ਦੇਖਿਆ ਨਹੀਂ ਸੀ ਜਾਂਦਾ। ਕਿਵੇਂ ਸਾਡੇ ਕਿਸਾਨਾਂ ਨੇ ਝੱਖੜ ਆਪਣੇ ਸਰੀਰਾਂ ਤੇ ਝੱਲੇ, ਕਿਸ ਤਰੀਕੇ ਦੇ ਨਾਲ ਸਰਕਾਰਾਂ ਵੱਲੋਂ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ, ਉਹ ਸਾਰਾ ਕੁਝ ਚੱਲਦਿਆਂ
800 ਦੇ ਕਰੀਬ ਕਿਸਾਨ ਸੀ ਜੋ ਸਾਡੇ ਵਿਚਕਾਰ ਨਹੀਂ ਰਹੇ, ਪਰ ਪੰਜਾਬ ਸਰਕਾਰ ਵੱਲੋਂ ਉਸ ਵਕਤ ਉਹਨਾਂ ਕਿਸਾਨਾਂ ਦੀ ਕੋਈ ਮਦਦ ਨਹੀਂ ਕੀਤੀ ਗਈ, ਕੋਈ ਉਹਨਾਂ ਵੱਲ ਹੱਥ ਨਹੀਂ ਵਧਾਇਆ ਗਿਆ। ਪਰ ਜੇ ਹੁਣ ਅਸੀਂ ਨਵੇਂ ਪੰਜਾਬ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਨਵੀਂ ਪੰਜਾਬ ਸਰਕਾਰ ਕਿਸਾਨਾਂ ਦੇ ਹਿੱਤਾਂ ਦੇ ਵਿੱਚ ਬਹੁਤ ਕੁਝ ਕਰਦੀ ਹੋਈ ਨਜ਼ਰ ਆ ਰਹੀ ਹੈ, ਭਾਵੇਂ ਉਹ ਖੇਤੀ ਵਿਭਿੰਨਤਾ ਨੂੰ ਲੈ ਕੇ ਹੋਵੇ, ਭਾਵੇਂ ਉਹ ਮੁਆਵਜ਼ੇ ਦੀ ਗੱਲ ਨੂੰ ਲੈ ਕੇ ਹੋਵੇ। ਤਾਂ ਹੁਣ ਜਿਹੜੀ ਨਵੀਂ ਖਬਰ ਹੈ ਉਹ ਇਹ ਹੈ ਕਿ ਉਹ ਕਿਸਾਨ ਜਿਨ੍ਹਾਂ ਦੀ ਕਿਸਾਨ ਅੰਦੋਲਨ ਦੇ ਦੌਰਾਨ ਮੌਤ ਹੋ ਗਈ ਸੀ, ਉਦੋਂ ਸ਼ਹਾਦਤ ਦਾ ਜਾਮ ਪੀ ਗਏ ਸੀ, ਉਹਨਾਂ ਦੇ ਪਰਿਵਾਰਾਂ ਨੂੰ ਪ੍ਰਤੀ ਪਰਿਵਾਰ ਦੇ ਹਿਸਾਬ ਦੇ ਨਾਲ 5-5 ਲੱਖ ਦਾ ਜਿਹੜਾ ਮੁਆਵਜ਼ਾ ਉਹ ਦਿੱਤਾ ਜਾ ਰਿਹਾ, ਉਹਨਾਂ ਦੀ ਮਦਦ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ। ਬਲਦੀਪ ਜੀ ਕੀ ਕਹੋਗੇ ਇਹਦੇ ਬਾਰੇ? ਜੀ ਨਵਦੀਪ, ਦੇਖੋ ਕਿਸਾਨੀ ਮਸਲਾ ਜੋ ਹੈਗਾ ਉਹ ਪੰਜਾਬ ਦੇ ਵਿੱਚ ਬੜਾ ਅਹਿਮ ਹੈਗਾ, ਕਿਉਂਕਿ ਐਗਰੀਕਲਚਰ ਐਗਰੇਰੀਅਨ ਸਟੇਟ ਹੈਗੀ ਹੈ ਔਰ ਇੱਕ ਲੰਬਾ ਜਿਹੜਾ ਮੋਰਚਾ ਲੱਗਿਆ ਸੀਗਾ ਦਿੱਲੀ ਦੀਆਂ ਬਰੂਹਾਂ ਦੇ ਉੱਪਰ, 1 ਸਾਲ ਤਕਰੀਬਨ ਉਹ ਮੋਰਚਾ ਚੱਲਿਆ ਹੈਗਾ, ਜਦੋਂ ਕਿ ਪੰਜਾਬ 'ਚ ਤਾਂ ਉਹ ਕਾਫੀ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ। ਬਿਲਕੁਲ। ਸੋ ਉਹ ਜਿਹੜਾ ਮੋਰਚਾ ਚੱਲਿਆ ਉਸ ਦੇ ਵਿੱਚ ਬਹੁਤ ਸਾਰੇ ਕਿਸਾਨਾਂ ਦੀ ਜਿਹੜੀ ਸ਼ਹਾਦਤ ਹੋਈ ਹੈਗੀ ਹੈ, ਚਾਹੇ ਉਹ ਪੰਜਾਬ ਦੇ ਹੋਣ ਜਾਂ ਹਰਿਆਣਾ ਦੇ ਸਾਡੇ ਗੁਆਂਢੀ ਸੂਬੇ ਦੇ ਹੋਣ। ਉਸ ਵੇਲੇ ਦੀ ਸਰਕਾਰ ਜਿਹੜਾ ਕਿ ਇਹ ਫੈਸਲਾ ਹੁਣ ਲਿਆ ਗਿਆ ਕਿ ਮੁਆਵਜ਼ਾ ਦੇਣ ਦੀ ਗੱਲ ਜਾਂ ਮੁਆਵਜ਼ਾ ਜਿਹੜਾ ਜਾਰੀ ਕੀਤਾ ਗਿਆ, ਉਸ ਵੇਲੇ ਸਰਕਾਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਹੁੰਦੀ ਸੀ, ਕਾਂਗਰਸ ਦੀ ਸਰਕਾਰ ਸੂਬੇ ਦੇ ਵਿੱਚ ਮੌਜੂਦ ਸੀ ਔਰ ਉਹਨਾਂ ਨੇ ਉਸ ਵਕਤ ਇਹ ਫੈਸਲਾ ਲਿਆ ਸੀ ਕਿ ਜਿਹੜੇ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਿਹੜਾ ਉਹ ਬਣਦਾ ਮੁਆਵਜ਼ਾ ਜਿਹੜਾ ਦਿੱਤਾ ਜਾਏਗਾ ਔਰ ਨਾਲ ਦੀ ਨਾਲ ਨੌਕਰੀ ਦੀ ਗੱਲ ਹੈ ਜਿਹੜੀ ਕਿ ਇੱਕ ਪਰਿਵਾਰਕ ਮੈਂਬਰ ਨੂੰ ਜਿਹੜੀ ਆ ਉਹ ਨੌਕਰੀ ਦਿੱਤੀ ਜਾਏਗੀ। ਸੋ ਉਸੇ ਲੜੀ ਤਹਿਤ ਉਸ ਤੋਂ ਬਾਅਦ ਕਿਉਂਕਿ ਕਾਂਗਰਸ ਦਾ ਇੰਟਰਨਲ ਕਾਟੋ ਕਲੇਸ਼ ਕਾਫੀ ਜ਼ਿਆਦਾ ਸੀਗਾ, ਕੈਪਟਨ ਅਮਰਿੰਦਰ ਸਿੰਘ ਨੂੰ ਪਾਸੇ ਸਾਈਡਲਾਈਨ ਕੀਤਾ ਉਹਨਾਂ ਨੇ ਔਰ ਮੁੱਖ ਮੰਤਰੀ ਚੰਨੀ ਨੂੰ ਬਣਾਇਆ ਔਰ ਸੀਐਮ ਚੰਨੀ ਜਦੋਂ ਬਣੇ ਤਾਂ ਉਸ ਵੇਲੇ ਵੀ ਇਹ ਗੱਲਾਂ ਉੱਠੀਆਂ ਕਿ ਹੁਣ ਇਹ ਮੁਆਵਜ਼ਾ ਦਿੱਤਾ ਜਾਏਗਾ ਜਾਂ ਨਹੀਂ ਦਿੱਤਾ ਜਾਏਗਾ ਜਾਂ ਕਿਸ ਤਰੀਕੇ ਨਾਲ ਹੋਏਗਾ ਜਾਂ ਨੌਕਰੀਆਂ। ਪਰ ਸੀਐਮ ਚੰਨੀ ਵੱਲੋਂ ਵੀ ਉਸ ਵੇਲੇ ਜਿਹੜਾ ਉਹ ਮੁਆਵਜ਼ਾ ਔਰ ਨੌਕਰੀਆਂ ਜਿਹੜੀਆਂ ਕਿਸਾਨਾਂ ਨੂੰ ਦਿੱਤੀਆਂ ਗਈਆਂ, ਬਟ ਕੁਝ ਹਾਲੇ ਵੀ ਪੈਂਡਿੰਗ ਸੀਗੀਆਂ। ਸੀਐਮ ਚੰਨੀ ਉਹਨਾਂ ਦੀ ਟਰਮ ਖਤਮ ਹੋ ਗਈ ਔਰ ਕਾਂਗਰਸ ਸਰਕਾਰ ਜਿਹੜੀ ਇਹ ਚੱਲਦੀ ਬਣੀ ਔਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ 92 ਸੀਟਾਂ ਨਾਲ ਜਿੱਤ ਕੇ ਸਾਹਮਣੇ ਆਉਂਦੀ ਹੈ। ਕਿਸਾਨਾਂ ਦੀਆਂ ਮੰਗਾਂ ਹਾਲੇ ਵੀ ਉੱਥੇ ਹੀ ਖੜੀਆਂ ਨੇ, ਬੇਸ਼ੱਕ ਸਰਕਾਰਾਂ ਸੂਬੇ ਦੇ ਵਿੱਚ ਬਦਲ ਗਈਆਂ ਨੇ, ਸੈਂਟਰ ਦੇ ਵਿੱਚ ਹਾਲੇ ਵੀ ਮੋਦੀ ਸਰਕਾਰ ਹੈਗੀ ਹੈ, ਕੁਝ ਮੰਗਾਂ ਜਿਹੜੀਆਂ ਨੇ ਉਹ ਕਿਸਾਨਾਂ ਦੀਆਂ ਹਾਲੇ ਵੀ ਪੈਂਡਿੰਗ ਨੇ। ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜੇ ਇਹ ਵਾਅਦਾ ਸਰਕਾਰ ਨੇ ਕੀਤਾ ਸੀਗਾ, ਪਿਛਲੀ ਸਰਕਾਰ ਨੇ, ਉਸ ਨੂੰ ਵੀ ਪੂਰਾ ਕਰਨ ਦੀ ਕੋਸ਼ਿਸ਼ ਜਿਹੜੀ ਆ ਭਗਵੰਤ ਮਾਨ ਉਹਨਾਂ ਨੇ ਕੀਤੀ ਹੈਗੀ ਹੈ ਔਰ 5-5 ਲੱਖ ਰੁਪਏ ਜਿਹੜਾ ਮੁਆਵਜ਼ਾ ਉਹ ਜਾਰੀ ਕੀਤਾ ਹੈਗਾ ਔਰ ਲਗਭਗ 39 ਕੁਛ ਜਿਹੜਾ ਕਰੋੜ ਹੈਗਾ ਰੁਪਈਆ ਉਹ ਜਾਰੀ ਕੀਤਾ ਹੈਗਾ, ਜੋ ਇਹਨਾਂ ਕਿਸਾਨਾਂ ਨੂੰ ਕਿਸਾਨਾਂ ਦੇ ਪਰਿਵਾਰਾਂ ਨੂੰ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਤੱਕ ਇਹ ਪੁੱਜਦਾ ਹੋਣਾ। ਪਰ ਗੱਲ ਇੱਥੇ ਖਤਮ ਨਹੀਂ ਹੈ। ਇਹ ਠੀਕ ਹੈ ਕਿ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਮਿਲ ਜਾਏਗਾ, ਪਰ ਇਸ ਤੋਂ ਬਾਅਦ ਜਿਹੜੀ ਅਗਲੀ ਗੱਲ ਸ਼ੁਰੂ ਹੁੰਦੀ ਹੈ, ਕਿਉਂਕਿ ਪਿਛਲੇ ਦਿਨਾਂ ਮੀਟਿੰਗ ਹੋਈ ਸੀ ਕਿਸਾਨ ਜਥੇਬੰਦੀਆਂ ਦੀ, ਜਿਸ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਭਾਰਤੀ ਕਿਸਾਨ ਯੂਨੀਅਨ ਦੇ ਆਗੂ, ਉਹਨਾਂ ਦੀ ਅਗਵਾਈ ਦੇ ਵਿੱਚ ਭਗਵੰਤ ਮਾਨ ਉਹਨਾਂ ਨਾਲ ਮੀਟਿੰਗ ਹੋਈ ਸੀ। ਉਸ ਦੇ ਵਿੱਚ ਇਹ ਮਸਲਾ ਵਿਚਾਰਿਆ ਗਿਆ ਸੀ ਕਿ ਜਿਹੜਾ ਮੁਆਵਜ਼ਾ ਹੈਗਾ ਉਹ ਜਾਰੀ ਕੀਤਾ ਜਾਵੇ ਛੇਤੀ ਤੋਂ ਛੇਤੀ। ਸੋ ਲਗਭਗ 2 ਦਿਨਾਂ ਦੇ ਵਿੱਚ ਭਗਵੰਤ ਮਾਨ ਮੁੱਖ ਮੰਤਰੀ ਉਹਨਾਂ ਨੇ ਮੁਆਵਜ਼ਾ ਜਾਰੀ ਕਰ ਦਿੱਤਾ ਹੈਗਾ। ਪਰ ਅਗਲੀਆਂ ਚੀਜ਼ਾਂ ਜਿਹੜੀਆਂ ਨੇ ਉਹ ਉਸੇ ਤਰੀਕੇ ਦੇ ਨਾਲ ਨੇ, ਜਿਵੇਂ ਹੁਣ ਕਿਸਾਨ ਇਹ ਕਹਿ ਰਹੇ ਨੇ ਕਿ MSP ਦੀ ਗਾਰੰਟੀ ਸੀਗੀ ਜਿਹੜੀ ਉਹ ਜਿਉਂ ਦੀ ਤਿਉਂ ਪਈ ਆ। ਹਾਲਾਂਕਿ ਉਹ ਕੇਂਦਰ ਸਰਕਾਰ ਦਾ ਮਸਲਾ ਹੈਗਾ, ਪਰ ਮਸਲਾ ਤਾਂ ਕਿਸਾਨੀ ਦਾ ਹੀ ਹੈ, ਚਾਹੇ ਉਹ ਸਟੇਟ ਨਾਲ ਹੋਵੇ ਚਾਹੇ ਉਹ ਕੇਂਦਰ ਨਾਲ ਹੋਵੇ, ਕਿਉਂਕਿ ਇੱਕ ਸਿਚੁਏਸ਼ਨ ਲਗਾਤਾਰ ਬਣੀ ਹੋਈ ਹੈ, ਕਿਸਾਨ ਸੁਸਾਈਡ ਕਰ ਰਿਹਾ ਔਰ ਘਾਟੇ ਬੰਦੇ ਦਾ ਸੌਦਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਕਿਸਾਨੀ ਲਗਾਤਾਰ ਬਣਦੀ ਜਾ ਰਹੀ ਹੈ। ਸੋ ਉਹ ਮੰਗਾਂ ਉਸ ਤਰੀਕੇ ਨਾਲ ਪੈਂਡਿੰਗ ਹੈਗੀਆਂ ਨੇ। ਚਲੋ ਠੀਕ ਹੈ ਕਿ ਉਹਨਾਂ ਪਰਿਵਾਰਾਂ ਲਈ ਕੁਛ ਰਾਹਤ ਆਪਾਂ ਕਹਿ ਸਕਦੇ ਹਾਂ ਕਿ ਜ਼ਰੂਰ ਪਹੁੰਚੇਗੀ, ਜਿਹੜੀ ਰਾਸ਼ੀ ਭਗਵੰਤ ਮਾਨ ਉਹਨਾਂ ਨੇ ਜਾਰੀ ਕੀਤੀ ਹੈ। ਜੀ ਬਿਲਕੁਲ ਬਲਦੀਪ ਜੀ, ਜਿੱਦਾਂ ਤੁਸੀਂ ਕਿਹਾ ਕਿ MSP ਨੂੰ ਲੈ ਕੇ ਵੀ ਵਿਵਾਦ ਇੱਕ ਵਾਰ ਫਿਰ ਤੋਂ ਭਖ ਗਿਆ ਕਿ ਬੇਸ਼ੱਕ ਤੁਸੀਂ ਗੱਲ ਕੀਤੀ ਹੈ ਕਿ ਕੇਂਦਰ ਸਰਕਾਰ ਦੀ ਗੱਲ ਹੈ ਕਿ ਉਹਨਾਂ ਨੇ ਕਰਨੀ ਹੈ ਨਹੀਂ ਕਰਨੀ, ਪਰ ਜੇ ਪੰਜਾਬ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਨੇ ਆਪਣੇ ਪਹਿਲੇ ਸੈਸ਼ਨ ਦੇ ਦੌਰਾਨ ਇਹ ਗੱਲ ਕਹੀ ਸੀ ਕਿ ਮੂੰਗੀ ਦੀ ਫਸਲ ਤੇ MSP ਦਿੱਤੀ ਜਾਵੇਗੀ। ਜਿਹੜੇ ਖੇਤਾਂ ਦੇ ਵਿੱਚ ਜਿਹੜੇ ਏਰੀਆਜ਼ ਦੇ ਵਿੱਚ ਮੂੰਗੀ ਦੀ ਫਸਲ ਉਗਾਈ ਜਾ ਸਕਦੀ ਹੈ, ਉੱਥੇ ਉਹਨਾਂ ਕਿਸਾਨਾਂ ਨੂੰ ਜ਼ਰੂਰ ਇਹ ਪਹਿਲ ਕਦਮੀ ਕਰਨੀ ਚਾਹੀਦੀ ਹੈ ਤੇ ਉਹਨਾਂ ਨੂੰ MSP ਪੰਜਾਬ ਸਰਕਾਰ ਵੱਲੋਂ ਜ਼ਰੂਰ ਦਿੱਤੀ ਜਾਏਗੀ। ਪਰ ਪੰਜਾਬ ਸਰਕਾਰ
ਸਰਕਾਰ ਉੱਥੇ ਵੀ ਕੁਝ ਨਖਰੇ ਮਾਰਦੇ ਹੋਈ ਨਜ਼ਰ ਆ ਰਹੀ ਹੈ ਕਿ ਜੇਕਰ ਉਹਨਾਂ ਨੇ MSP ਲਾਗੂ ਕਰ ਹੀ ਦਿੱਤੀ ਹੈ ਤਾਂ ਉਹ ਕਿਸਾਨ ਕਿਸੇ ਵੀ ਵਕਤ ਆਪਣੀ ਫਸਲ ਨੂੰ ਵੇਚ ਸਕਦਾ ਹੈ। ਪਰ ਇਹਨਾਂ ਨੇ ਇੱਕ ਤਰੀਕਾ ਜਾਰੀ ਕਰ ਦਿੱਤੀ ਹੈ ਕਿ ਤੁਸੀਂ 2 ਅਗਸਤ ਤੱਕ ਦੇ ਸਕਦੇ ਹੋ, ਤੁਸੀਂ 10 ਤੱਕ ਦੇ ਸਕਦੇ ਹੋ, ਤੁਸੀਂ 30 ਤੱਕ ਦੇ ਸਕਦੇ ਹੋ, ਨਹੀਂ ਤੁਸੀਂ ਤਾਂ 31 ਤੱਕ ਹੀ ਦੇ ਸਕਦੇ ਸੀਗੇ। ਜਿਨ੍ਹਾਂ ਨੇ ਵੀ ਘਰੇ ਆਪਣੀ ਮੂੰਗੀ ਰੱਖੀ ਹੋਈ ਹੈ ਉਹ ਫਟਾਫਟ ਬਾਜ਼ਾਰ ਦੇ ਵਿੱਚ ਲੈ ਕੇ ਆਓ, MSP ਤਾਂ ਜੀ ਇੰਨੀ ਤਰੀਕ ਤੱਕ ਹੀ ਹੈ। ਕਿ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਚੀਜ਼ ਗਲਤ ਨਹੀਂ ਹੈ? ਨਹੀਂ ਦੇਖੋ, ਬਿਲਕੁਲ ਚਲੋ ਇਹ ਕਹਿ ਸਕਦੇ ਹਾਂ ਕਿ ਸਰਕਾਰ ਨੇ ਪਹਿਲੀ ਵਾਰ ਝੋਨਾ ਜਾਂ ਕਣਕ ਤੋਂ ਹਟ ਕੇ ਮੇਰੇ ਖਿਆਲ ਕਾਲਰ ਵੀ ਨਵਦੀਪ ਆਪਣੇ ਨਾਲ ਜੁੜੇ ਨੇ ਜੀ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਰਹੇ ਹਾਂ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਧਾਲੀਵਾਲ ਸਾਹਿਬ ਸਤਿ ਸ਼੍ਰੀ ਅਕਾਲ। ਪਿਆਰਾ ਸਿੰਘ ਜੀ ਸਵਾਗਤ ਹੈ ਤੁਹਾਡਾ। ਧਾਲੀਵਾਲ ਸਾਹਿਬ ਨਵੇਂ ਮਹਿਮਾਨਾਂ ਨੂੰ ਜੀ ਆਇਆਂ ਅਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਹੈ ਕਿ ਗਲੋਬਲ ਪਰਿਵਾਰ ਨੂੰ 4 ਚੰਨ ਲਾਉਣਗੇ। ਮੈਂ ਇਹਨਾਂ ਦੀ ਲੰਬੀ ਉਮਰ ਦੀ ਕਾਮਨਾ ਕਰਦਾ ਹਾਂ। ਉਮੀਦ ਹੈ ਕਿ ਇਸ ਹਫ਼ਤੇ ਇੱਕ ਹੋਰ ਮੈਂਬਰ ਵੀ ਚੈਨਲ ਦੀ ਸੁੰਦਰਤਾ ਵਿੱਚ ਵਾਧਾ ਕਰਨਗੇ, ਦਰਸ਼ਕਾਂ ਨੂੰ ਵਾਧੂ ਜਾਣਕਾਰੀ ਵੀ ਦੇਣਗੇ। ਬਾਕੀ ਧਾਲੀਵਾਲ ਸਾਹਿਬ ਤੁਸੀਂ ਹਰ ਵਾਰ ਨਵਾਂ ਤੇ ਮਹੱਤਵਪੂਰਨ ਮੁੱਦਾ ਲੈ ਕੇ ਆਉਂਦੇ ਹੋ, ਖਾਸ ਕਰਕੇ ਕਰਜ਼ਾਈ ਪੰਜਾਬ ਵਾਸਤੇ। ਹਰ ਇੱਕ ਪੰਜਾਬੀ ਇਸ ਸ਼ਹੀਦਾਂ ਦੀ, ਗੁਰੂਆਂ ਦੀ ਧਰਤੀ ਤੇ ਮਾਤਭੂਮੀ ਵਾਸਤੇ ਤੜਫਦਾ ਹੈ। ਸੈਂਟਰ ਕਦੇ ਵੀ ਇਸ ਸੂਬੇ ਵਾਸਤੇ ਸਿਰਜਣ ਨਹੀਂ ਰਿਹਾ। ਉਸ ਦਾ ਕਾਰਨ ਸਾਡੀ ਲੀਡਰਸ਼ਿਪ ਦੀ ਕਮਜ਼ੋਰੀ ਵੀ ਹੈ। ਕਾਰਨ ਕਿਹਾ ਕਿ ਅਸੀਂ ਆਪਣੇ ਸੂਬੇ ਦੀ ਖਾਤਰ ਘੱਟ ਮੰਗ ਕੇ ਆਪਣੇ ਪਾਸੇ ਵੱਧ ਮੰਗ ਕੇ ਸੈਂਟਰ ਨੂੰ ਆਪਣਾ ਕਮਜ਼ੋਰੀ ਦਿਖਾਈ ਆ ਤੇ ਸਾਡੇ ਵਿੱਚ ਕਰਪਸ਼ਨ ਦਾ ਵੀ ਕੁਛ ਸਿਰਾ ਨਹੀਂ ਰਿਹਾ ਹੈਗਾ, ਜਿਸ ਕਰਕੇ ਸਾਡੀਆਂ ਕਮਜ਼ੋਰੀਆਂ ਦਾ ਸੈਂਟਰ ਨੇ ਨਜਾਇਜ਼ ਫਾਇਦਾ ਉਠਾਇਆ ਹੈ। ਆਪਾਂ ਰਲ ਮਿਲ ਕੇ ਅਰਦਾਸ ਹੀ ਕਰ ਸਕਦੇ ਹਾਂ ਕਿ ਮਹਾਰਾਜ ਇਸ ਸੂਬੇ ਤੇ ਤਰਸ ਕਰੇ, ਇਸ ਗੁਰੂਆਂ ਦੀ ਧਰਤੀ ਤੇ ਤਰਸ ਕਰੇ। ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਪਿਆਰਾ ਸਿੰਘ ਜੀ, ਤੁਸੀਂ ਸਾਡੇ ਨਾਲ ਜੁੜੇ, ਆਪਣਾ ਪੱਖ ਰੱਖਿਆ। ਤੇ ਅਗਲੇ ਕਾਲਰ ਦੇ ਨਾਲ ਵੀ ਪੜਾਂਗੇ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਨਵੇਂ ਆਪਾਂ ਨੂੰ ਜੁਆਇਨ ਕੀਤਾ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਜੀ। ਰਾਮ ਸ਼ਰਮਾ ਬੇਨਤੀ ਕਰ ਰਿਹਾ ਵਿਨੀਪੈਗ ਕੈਨੇਡਾ ਤੋਂ। ਜੀ ਸ਼ਰਮਾ ਜੀ। ਹਾਂਜੀ, ਤੁਸੀਂ ਦੇਖੋ ਜੀ ਕਿ ਜਿਹੜਾ ਵੀਕਐਂਡ ਲਾ ਲਓ ਜਾਂ ਕੁਛ ਵੀ ਲਾ ਲਓ, ਇਹ ਬੜਾ ਦੁਖਦਾਈ ਸਾਬਤ ਹੋਇਆ ਦੋਨਾਂ ਮੁਲਕਾਂ ਦੇ ਵਿੱਚ ਹੀ। ਔਰ ਨਿਊਯਾਰਕ ਦੇ ਵਿੱਚ ਜਿਹੜੀ ਲੜਕੀ ਨੇ ਸੁਈਸਾਈਡ ਕੀਤਾ ਜਿਹੜਾ ਹੈਗਾ ਬੜੀ ਦੁਖਦਾਈ ਘਟਨਾ ਹੈ, ਕਿਉਂਕਿ ਉਹਦੇ 2 ਬੱਚੇ ਆ। ਇੱਕ ਲੜਕੀ 6 ਸਾਲ ਦੀ ਹੈ, ਇੱਕ ਲੜਕੀ 4 ਸਾਲ ਦੀ ਹੈ। ਔਰ ਦੇਖੋ ਜਦੋਂ ਘਰ ਦੇ ਵਿੱਚ ਕਲੇਸ਼ ਚੱਲਦਾ ਹੈ ਉਹ ਜਾਂ ਤਾਂ ਲੇਡੀ ਵਾਸਤੇ ਬੜਾ ਵਧੀਆ ਤਰੀਕਾ ਹੁੰਦਾ ਇਹਨਾਂ ਮੁਲਕਾਂ ਦੇ ਵਿੱਚ ਕਿ ਇੱਥੇ ਸ਼ਟਲ ਹਾਊਸ ਬਣੇ ਹੋਏ ਆ, ਚੁੱਪ ਕਰਕੇ ਆਪਦੇ ਨਿਆਣੇ ਚੱਕੇ ਤੇ ਸ਼ਟਲ ਹਾਊਸ ਦੇ ਵਿੱਚ ਚਲੀ ਜਾਵੇ। ਉਹਨੂੰ ਉਹਨੇ ਦਿਨ ਉੱਥੇ ਪ੍ਰੋਡਕਸ਼ਨ ਮਿਲਦੀ ਆ ਜਿੰਨਾ ਚਿਰ ਉੱਥੇ ਕੋਈ ਉਹਦਾ ਹੋਰ ਕੋਈ ਉਹ ਮਹਿਕਮਾ ਬੰਦੋਬਸਤ ਕਰਦਾ, ਰੋਟੀ ਟੁੱਕ ਦਾ ਬੰਦੋਬਸਤ ਨਹੀਂ ਹੁੰਦਾ ਤਾਂ ਉਹਨੂੰ ਉੱਥੋਂ ਸ਼ਟਲ ਦੇ ਵਿੱਚੋਂ ਕੱਢਿਆ ਨਹੀਂ ਜਾਂਦਾ। ਔਰ ਦੂਸਰੀ ਗੱਲ ਇਹ ਹੈ ਕਿ ਇਹਦਾ ਜਿਹੜਾ ਕਾਰਨ ਦੱਸਿਆ ਗਿਆ, ਸੱਸ ਸਹੁਰਾ ਪਰਿਵਾਰ ਆ ਜਿਹੜਾ ਉਹ ਇਸ ਸਭ ਕਾਸੇ ਦੇ ਵਿੱਚ ਇਨਵਾਲਵ ਆ। ਜਾਨ ਹੈ ਜਿਹੜੀ ਇਹ ਬੜੀ ਕੀਮਤੀ ਆ। ਇਹ ਕਿਸੇ ਬੰਦੇ ਨੂੰ ਕੁਦਰਤੀ ਡੈਥ ਹੋ ਜਾਏ ਉਹ ਵੱਖਰੀ ਗੱਲ ਹੈ, ਪਰ ਇਸ ਤਰ੍ਹਾਂ ਜਾਨ ਗਵਾਉਣੀ ਹੈ ਜਿਹੜੀ ਉਹ ਵੀ ਇੱਕ ਮੂਰਖਤਾ ਹੈ। ਕਿਉਂਕਿ ਤੁਸੀਂ ਜਿਹੜੀ ਤੁਹਾਡੇ ਤੇ ਮੁਸੀਬਤ ਆਈ ਆ ਉਹਦਾ ਤੁਸੀਂ ਟਾਕਰਾ ਕਰੋ ਤੇ ਟਾਕਰੇ ਦੇ ਨਾਲ ਹਿੰਮਤ ਦੇ ਨਾਲ ਸਭ ਕੁਛ ਆ ਜਿਹੜਾ ਸਿੱਧਾ ਹੋ ਜਾਂਦਾ। ਔਰ ਦੂਸਰੀ ਗੱਲ ਤੁਸੀਂ ਦੇਖੋ ਕਿ ਆਪਣੇ ਮੁਲਕ ਦੀ ਜੋਤੀ ਨੂਰਾਂ ਦੀ ਤੁਸੀਂ ਇਹ ਦੇਖੋ, ਇਹ ਲੋਕ ਆ ਜਿਹੜੇ ਰੱਜ ਕੇ ਪੈਸੇ ਕਮਾਉਂਦੇ ਆ ਜੀ, ਫਿਰ ਪੈਸਿਆਂ ਦੇ ਪਿੱਛੇ ਇਹਨਾਂ ਦੇ ਘਰਾਂ ਦੇ ਵਿੱਚ ਲੜਾਈਆਂ ਆਉਂਦੀਆਂ। ਔਰ ਦੂਸਰੀ ਗੱਲ ਇਹ ਆ ਕਿ ਫਿਰ ਜਿਹੜੀ ਰਾਖੀ ਦੀ ਡਿਮਾਂਡ ਕਰਦੇ ਆ ਪੁਲਿਸ ਦੀ, ਸ਼ਟਰ ਦੀ, ਉਹ ਇਹ ਆ ਕਿ ਇਹਨਾਂ ਨੂੰ ਹਾਇਰ ਕਰਨੇ ਚਾਹੀਦੇ ਆ ਕਿਉਂਕਿ ਪੈਸੇ ਬਣਾਏ ਹੋਏ ਆ, ਰੌਲਾ ਪੈਸਿਆਂ ਦਾ ਹੀ ਆ। ਇਸ ਕਰਕੇ ਪੰਜਾਬ ਗੌਰਮੈਂਟ ਨੂੰ ਜਿਹੜੀ ਫ੍ਰੀ ਰੱਖਿਆ ਜਿਹੜੀ ਹੈਗੀ ਆ ਉਹ ਨਹੀਂ ਦੇਣੀ ਚਾਹੀਦੀ, ਕਿਉਂਕਿ ਜੇ ਕਈ ਬੰਦੇ ਮਾਮੂਲੀ ਗੱਲ ਦੇ ਉੱਤੇ ਘਰ ਦੇ ਕਲੇਸ਼ ਤੋਂ ਜਾਂ ਹੋਰ ਕਿਸੇ ਤੋਂ ਪੁਲਿਸ ਸ਼ਟਰ ਮੰਗਦਾ ਤਾਂ ਉਹਨੂੰ ਕਹੋ ਜੀ ਤੁਸੀਂ ਹਾਇਰ ਕਰੋ, ਜਿੰਨੀ ਕੰਸਟੇਬਲ ਦੀ ਤਨਖਾਹ ਉਨੀ ਤੁਸੀਂ ਇਹਨੂੰ ਤਨਖਾਹ ਦਿਓ ਤਾਂ ਰੱਖ ਲਓ, ਤੇ ਨਹੀਂ ਫਿਰ ਤੁਸੀਂ ਆਪਦਾ ਸਮਝੌਤਾ ਆਪ ਕਰੋ ਜਾਂ ਤੁਸੀਂ ਕੋਰਟ ਦੇ ਵਿੱਚ ਜਾਓ। ਇਹੋ ਜਿਹੇ ਕੁਛ ਹਵਾਲੇ ਹੋਣੇ ਚਾਹੀਦੇ ਆ। ਔਰ ਦੂਸਰੀ ਗੱਲ, ਅਮਰੀਕਾ ਵਾਲੇ ਭਾਈ ਨੇ ਜਿਹਦੋਂ ਤੰਗ ਆ ਕੇ ਉਹਦੇ ਹਸਬੈਂਡ ਨੇ ਸੁਈਸਾਈਡ, ਲੇਡੀ ਨੇ ਸੁਈਸਾਈਡ ਕੀਤਾ, ਉਹਦੇ ਹਸਬੈਂਡ ਨੂੰ ਜੇ ਸਜ਼ਾਏ ਮੌਤ ਹੋਵੇ ਤਾਂ ਅਮਰੀਕਾ 'ਚ ਉਹ ਦੇਣੀ ਚਾਹੀਦੀ ਹੈ, ਪਰ ਉਹ ਹੈ ਨਹੀਂ। ਹੁਣ ਉਹਨੂੰ ਲਾਈਫ ਪ੍ਰਿਜ਼ਨ ਹੈ ਜਿਹੜੀ ਉਹ ਦੇਣੀ ਚਾਹੀਦੀ ਹੈ, ਜਿਹਦੇ ਵਿੱਚ ਤਕੜੀ ਮੁਸ਼ੱਕਤ ਹੋਣੀ ਚਾਹੀਦੀ ਹੈ। ਕੋ ਇੱਕ ਤਰ੍ਹਾਂ ਦਾ ਜਦੋਂ ਨੂੰ ਬਾਹਰ ਆਵੇ ਉਦੋਂ ਨੂੰ ਮੈਂਟਲ ਹੋ ਜੇ। ਥੈਂਕ ਯੂ ਵੈਰੀ ਮੱਚ ਜੀ। ਬਹੁਤ ਬਹੁਤ ਧੰਨਵਾਦ ਸ਼ਰਮਾ ਜੀ, ਤੁਸੀਂ ਸਾਡੇ ਨਾਲ ਜੁੜੇ, ਆਪਣਾ ਪੱਖ ਰੱਖਿਆ। ਤਾਂ ਵਾਕਈ ਹੀ ਬਲਦੀਪ ਜੀ ਪਿਛਲੇ 3 ਦਿਨਾਂ ਤੋਂ ਹੈ ਨਾ ਕਿ ਸਭ ਦਾ ਜਿਹੜਾ ਮੂਡ ਹੈ ਬੜਾ ਆਫ ਹੋਇਆ ਪਿਆ, ਕਿਉਂਕਿ ਇਸ ਤਰੀਕੇ ਦੇ ਨਾਲ ਪੰਜਾਬੀ ਮੂਲ ਦੀ ਲੜਕੀ ਦੇ ਨਾਲ ਇਸ ਤਰੀਕੇ ਨਾਲ ਹੋਵੇ। ਆਪਣੇ ਆਪ ਨੂੰ ਮਾਰਨਾ ਕੋਈ ਸੌਖੀ ਗੱਲ ਨਹੀਂ ਹੁੰਦੀ ਕਿ ਬਹੁਤ ਜ਼ਿਆਦਾ ਜਦੋਂ ਜਿਹੜੀ ਤਸ਼ੱਦਦ ਹੈ ਉਸ ਦੇ ਅੱਤ ਹੋ ਜਾਂਦੀ ਹੈ, ਫਿਰ ਇਨਸਾਨ ਹੈ ਜਿਹੜਾ ਇਹੋ ਜਿਹਾ ਕਦਮ ਚੁੱਕਦਾ, ਕਿਉਂਕਿ ਆਪਣੀਆਂ ਮਾਸੂਮ ਧੀਆਂ ਨੂੰ ਛੱਡ ਕੇ ਜਾਣਾ ਤੇ ਉਹ ਛੱਡ ਕੇ ਵੀ ਉਸ ਇਨਸਾਨ ਦੇ ਹਵਾਲੇ ਜਾਣਾ ਜਿਸ ਨੇ ਉਸ ਤੇ ਤਸ਼ੱਦਦ ਕੀਤੀ ਸੀ, ਕਿ ਪਤਾ ਨਹੀਂ ਉਹਨਾਂ ਦਾ ਕੀ ਹੋਏਗਾ ਕੀ ਨਹੀਂ ਹੋਏਗਾ, ਪਰ ਇਨਸਾਨ ਵੱਲੋਂ ਖੁਦਕੁਸ਼ੀ ਕਰ ਜਾਣਾ ਤਾਂ ਬਹੁਤ ਹੀ ਮੰਦਭਾਗੀ ਘਟਨਾ ਹੈ, ਜਿਸ ਦੇ ਨਾਲ ਇਕੱਲੇ ਨਿਊਯਾਰਕ ਦੇ ਵਿੱਚ ਵਸਦੇ ਪੰਜਾਬੀਆਂ ਦੇ ਨਹੀਂ, ਪੰਜਾਬ ਦੇ ਵਿੱਚ ਰਹਿੰਦੇ ਆ ਜਿੱਥੇ ਵੀ ਜਿਹੜੇ
ਵੀ ਪੂਰੇ ਸੰਸਾਰ ਦੇ ਕੋਨੇ ਦੇ ਵਿੱਚ ਪੰਜਾਬੀ ਰਹਿੰਦੇ ਨੇ, ਉਹਨਾਂ ਸਭ ਦੇ ਹਿਰਦੇ ਵਲੂੰਧਰੇ ਗਏ ਨੇ ਕਿ ਕਿਵੇਂ ਉਸਨੇ ਆਪਣੀ ਜਾਨ ਦੇ ਦਿੱਤੀ, ਕਿੰਨੀ ਉਹ ਤੰਗ ਪਰੇਸ਼ਾਨ ਸੀ, ਜਿਸ ਤਰੀਕੇ ਦੀਆਂ ਉਹਨਾਂ ਦੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ, ਕਿਵੇਂ ਉਹ ਰੋ ਰੋ ਕੇ ਆਪਣਾ ਸਭ ਕੁਝ ਦੱਸ ਰਹੀ ਹੈ, ਕਿਵੇਂ ਉਹ ਆਪਣੇ ਜਿਸਮ ਤੇ ਆਪਣੇ ਸਰੀਰ ਤੇ ਲੱਗੇ ਨਿਸ਼ਾਨ ਨੇ ਜਿਹੜੇ ਸੱਟਾਂ ਤੇ ਉਹ ਦਿਖਾ ਰਹੀ ਹੈ ਕਿ ਮੇਰੇ ਨਾਲ ਇਹ ਸਭ ਕੁਝ ਹੁੰਦਾ ਹੈ ਤੇ ਮੈਂ ਹੁਣ ਜਾਵਾਂ ਤਾਂ ਜਾਵਾਂ ਕਿੱਥੇ। ਪਰ ਹੁਣ ਕੀ ਉੱਥੋਂ ਦੀ ਜਿਹੜੀ ਪੁਲਿਸ ਹੈ ਉਹ ਕੀ ਜਾਂਚ ਪੜਤਾਲ ਕਰਦੀ ਹੈ ਜਾਂ ਕਿਹੋ ਜਿਹੀ ਸਜ਼ਾ ਦਿੰਦੀ ਹੈ, ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ। ਪਰ ਅਜਿਹੀਆਂ ਖੁਦਕੁਸ਼ੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣਾ ਵੀ ਗਲਤ ਹੈ ਕਿ ਅੱਜ ਦੇ ਮਾਹੌਲ ਦੇ ਵਿੱਚ ਜਿਸ 'ਤੇ ਅਸੀਂ ਰਹਿ ਰਹੇ ਹਾਂ, ਜਿੱਥੇ ਅਸੀਂ ਪਲ ਰਹੇ ਹਾਂ, ਉਹੀ ਗੱਲ ਵਾਰ-ਵਾਰ ਆਉਂਦੀ ਹੈ ਕਿ ਬਹੁਤ ਸਾਰੀਆਂ ਨਿਊਯਾਰਕ ਦੇ ਵਿੱਚ ਪੰਜਾਬੀਆਂ ਦੀਆਂ ਬਾਈਟਸ ਸੁਣੀਆਂ ਸੀ, ਉਹਨਾਂ ਦੀਆਂ ਗੱਲਾਂ ਸੁਣੀਆਂ ਸੀ, ਤਾਂ ਉਹ ਕਹਿੰਦੇ ਸੀਗੇ ਕਿ ਇਹ ਪੰਜਾਬ ਦੇ ਵਿੱਚ ਆਪਾਂ ਮੰਨ ਲਈਏ ਕਿ ਪੰਜਾਬ ਦੇ ਵਿੱਚ ਕਹਿ ਦਿੰਦੇ ਨੇ ਕਿ ਕੋਈ ਗੱਲ ਨਹੀਂ, ਜੇ ਤੇਰੇ ਨਾਲ ਲੜਾਈ ਝਗੜਾ ਹੋ ਰਿਹਾ, ਕੁੱਟਮਾਰ ਹੁੰਦੀ ਹੈ, ਸਹਿ ਲਾ, ਹੈ ਨਾ, ਜੇ ਫੈਸਲਾ ਹੋਊਗਾ ਜਾਂ ਤਲਾਕ ਹੋ ਜਾਂਦਾ ਤਾਂ ਲੋਕ ਕੀ ਸੋਚਣਗੇ, ਰਿਸ਼ਤੇਦਾਰ ਕੀ ਕਹਿਣਗੇ ਵੀ ਪਤਾ ਨਹੀਂ ਕੁੜੀ ਹੋਈ ਚੰਗੀ ਨਹੀਂ ਹੈ, ਪਤਾ ਨਹੀਂ ਤੁਹਾਨੂੰ ਪਤਾ ਹੈ ਕਿਸ ਤਰੀਕੇ ਨਾਲ ਕੁੜੀਆਂ ਤੇ ਇਲਜ਼ਾਮ ਲੱਗਦੇ ਨੇ, ਹੈ ਨਾ। ਸਮਾਜ ਦੇ ਵਿੱਚ ਆਪਾਂ ਰਹਿੰਦੇ, ਆਪਾਂ ਸਭ ਕੁਝ ਦੇਖਦੇ ਹਾਂ ਕਿ ਉਹ ਤਾਂ ਬਾਹਰਲਾ ਮੁਲਕ ਹੈ ਕਿ ਉੱਥੇ ਉਹ ਹੈਲਪ ਲੈ ਸਕਦੇ ਸੀ, ਪਰ ਪਤਾ ਨਹੀਂ ਕਿਹੜਾ ਪ੍ਰੈਸ਼ਰ ਸੀ ਉਹਨਾਂ ਤੇ ਕਿ ਉਹਨਾਂ ਨੂੰ ਇਹ ਸਭ ਕੁਝ ਕਰਨ ਲਈ ਮਜਬੂਰ ਹੋਣਾ ਪਿਆ। ਨਵਦੀਪ, ਤੁਸੀਂ ਬੜਾ ਅਹਿਮ ਮਸਲਾ ਚੱਕਿਆ ਹੈਗਾ ਔਰ ਇਹ ਗੱਲ ਇੱਥੇ ਤੱਕ ਨਹੀਂ ਰੁਕਦੀ ਹੈ ਕਿਉਂਕਿ ਤੁਸੀਂ ਦੋ ਚੀਜ਼ਾਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਇੱਕ ਉਸ ਕੰਟਰੀ ਦੀ ਗੱਲ ਕਰ ਰਹੇ ਹੋ ਜਿਹਨੂੰ ਹਲੇ ਦੁਨੀਆ ਇੱਕ ਡਿਵੈਲਪਿੰਗ ਮੁਲਕ ਦੇ ਤੌਰ ਤੇ ਦੇਖਦੀ ਹੈ ਔਰ ਉਸ ਦੀ ਸੱਭਿਆਚਾਰ ਸਮਾਜ ਨੂੰ ਵੀ ਉਸੇ ਤਰੀਕੇ ਨਾਲ ਦੇਖਦੀ ਹੈ। ਇੱਕ ਮੁਲਕ ਤੁਸੀਂ ਉਸ ਦੀ ਗੱਲ ਕਰ ਰਹੇ ਹੋ ਜਿਹੜਾ ਮਾਡਰਨਿਟੀ ਦੇ ਵਿੱਚ ਹੈ, ਡਿਵੈਲਪਡ ਹੋਇਆ। ਪਰ ਦੁਖਾਂਤ ਇਹ ਹੈ ਕਿ ਜੋ ਸਮੱਸਿਆ ਡਿਵੈਲਪਿੰਗ ਦੇ ਵਿੱਚ ਹੈ ਉਹੀ ਸਮੱਸਿਆ ਡਿਵੈਲਪਡ ਦੇ ਵਿੱਚ ਵੀ ਹੈ। ਮਤਲਬ ਕਿ ਅਗਰ ਇੱਥੇ ਵੀ ਤੰਗ ਪਰੇਸ਼ਾਨ ਹੋ ਰਹੀਆਂ ਨੇ ਔਰਤਾਂ, ਤਾਂ ਤੁਸੀਂ ਦੇਖੋ ਕਿ ਉਹ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਮਾਡਰਨਿਟੀ ਦਾ ਮੁਲਕ ਹੈ, ਸਾਡੇ ਤੋਂ ਬਹੁਤ ਜ਼ਿਆਦਾ ਅੱਗੇ ਹੈ। ਗੱਲਾਂ ਆਮ ਸੱਥਾਂ ਦੇ ਵਿੱਚ ਚੱਲਦੀਆਂ ਨੇ ਕਿ ਵੈਸਟ ਸਾਡੇ ਤੋਂ 50 ਸਾਲ ਅੱਗੇ ਹੈ, ਕੋਈ ਕਹਿੰਦਾ 100 ਸਾਲ ਅੱਗੇ ਹੈ, ਪਰ ਸਮੱਸਿਆ ਉੱਥੇ ਵੀ ਜਿਹੜੀ ਓਨੀ ਹੀ ਖੜੀ ਹੈ। ਇਨਸਾਨ ਦੀ ਮਾਨਸਿਕਤਾ ਕਿਵੇਂ ਦੀ ਹੈਗੀ ਹੈ। ਮੈਨੂੰ 5ਵੇਂ ਪਾਤਸ਼ਾਹ ਦਾ ਉਹ ਪੰਕਤੀਆਂ ਯਾਦ ਆਉਂਦੀਆਂ ਨੇ ਕਿ ਗੁਰਬਾਣੀ ਦੇ ਵਿੱਚ ਦਰਜ ਹੈ ਕਿ ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਹੀ ਕਾਮ, ਸ਼ੀਤਲ ਥੀਵੈ ਨਾਨਕਾ, ਜਪੰਦੜੋ ਹਰ ਨਾਮ। ਸੋ ਉਹ ਚੀਜ਼ ਸਾਨੂੰ ਦੇਖਣ ਦੀ ਲੋੜ ਹੈ। ਖੈਰ ਨਵਦੀਪ, ਕਾਲਰ ਸਾਡੇ ਨਾਲ ਜੁੜ ਚੁੱਕੇ ਨੇ ਔਰ ਇਸ ਦੇ ਉੱਪਰ ਮੈਂ ਗੱਲ ਜਿਹੜੀ ਹੈ ਜਾਰੀ ਰੱਖਾਂਗਾ। ਜੀ ਬਿਲਕੁਲ। ਤੇ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਹਾਂ ਬੇਟਾ, ਇਸ ਤਰ੍ਹਾਂ ਹੈਗਾ, ਮੈਂ ਨਾ ਕਿਸਾਨੀ ਦੀ ਗੱਲ ਕਰਨੀ ਸੀ ਜੀ। ਦੇਖੋ, ਜਿਹੜਾ ਮੁਕਤਸਰ ਬਠਿੰਡਾ ਹੁਣ ਪਾਣੀ ਫਿਰਦਾ ਨਾ ਪਿੰਡਾਂ ਦੇ ਵਿੱਚ ਜੀ, ਇਹ ਪਹਿਲਾਂ ਜਦੋਂ ਨਰਮਾ ਬੀਜਦੇ ਹੁੰਦੇ ਸੀ ਨਾ, ਉਦੋਂ ਕਦੇ ਕੋਈ ਸਮੱਸਿਆ ਨਹੀਂ ਸੀ ਆਉਂਦੀ ਹੁੰਦੀ। 6 ਦਿਨ ਮੀਂਹ ਪੈਂਦਾ ਸੀਗਾ, ਕਦੇ ਏਦਾਂ ਪਾਣੀ ਨਹੀਂ ਸੀ ਤੁਰਿਆ ਫਿਰਦਾ, ਕਿਉਂਕਿ ਇਹ ਇੱਕ ਤਾਂ ਉੱਥੇ ਝੋਨਾ ਬੀਜਣ ਨਾਲ 2 ਪ੍ਰੋਬਲਮ ਆਈਆਂ ਜੀ। ਇੱਕ ਤਾਂ ਜਿਹੜੀ ਗੁਲਾਬੀ ਸੁੰਡੀ ਤੇ ਚਿੱਟੀ ਮੱਖੀ ਝੋਨੇ ਨਾਲ ਪੈਦਾ ਹੁੰਦੀ ਆ। ਦੇਖੋ ਗੰਗਾ ਨਗਰ ਆਪਣੇ ਕਿਸਾਨ ਨੇ ਪੰਜਾਬੀ, ਉੱਥੇ ਉਹ ਝੋਨਾ ਨਹੀਂ ਬੀਜਦੇ ਤੇ ਉੱਥੇ ਨਰਮਾ ਬਹੁਤ ਜ਼ਿਆਦਾ ਹੁੰਦਾ ਜੀ। ਤੇ ਇਵੇਂ ਹਰਿਆਣੇ ਵਿੱਚ ਇਹ ਪ੍ਰੋਬਲਮ ਨਹੀਂ ਹੈ। ਇਹ ਪ੍ਰੋਬਲਮ ਸਾਡੇ ਕਿਸਾਨਾਂ ਦੀ ਗਲਤੀ ਨਾਲ ਹੁੰਦੀ ਆ ਇਹ, ਪਰ ਸਾਡੇ ਕਿਸਾਨ ਹਟਦੇ ਹੈ ਨੀ ਗੇ ਤੇ ਮੁੜ ਕੇ ਫਿਰ ਗੌਰਮੈਂਟ ਨੂੰ ਬਲੇਮ ਕਰਦੇ ਆ, ਸਾਨੂੰ ਪੈਸੇ ਦਿਓ। ਹੁਣ ਪੈਸੇ ਕਿੱਥੋਂ ਦੇਣੇ, ਖਜ਼ਾਨਾ ਤਾਂ ਖਾਲੀ ਆ। ਤੇ ਦੂਜਾ ਬੇਟਾ, ਜਿਹੜਾ ਕਿਸਾਨ ਸਭ ਤੋਂ ਵੱਡੀ ਗਲਤੀ ਕਰਦੇ ਆ, ਦੇਖੋ ਜਿਹੜਾ ਇਹ ਕਾਰਪੋਰੇਟਾਂ ਦੇ ਵਿਰੁੱਧ ਬੋਲਦੇ ਆ। ਦੇਖੋ, ਇੱਕ ਕਾਰਪੋਰੇਟ ਨੇ ਮੋਗੇ ਜ਼ਿਲ੍ਹੇ 'ਚ ਨਾ ਸਟੋਰ ਬਣਾਇਆ ਕਣਕ ਦਾ, ਉੱਥੇ 55 ਪਿੰਡਾਂ ਦੀ ਕਣਕ ਪੈਂਦੀ ਆ, ਇੱਕ ਦਾਣਾ ਕਦੇ ਖਰਾਬ ਨਹੀਂ ਹੋਇਆ। ਜਦੋਂ ਕਿ ਬਾਕੀ ਸਾਰੇ ਥਾਂ ਤੇ ਸਰਕਾਰੀ ਸਟੋਰਾਂ 'ਚ 90% ਕਣਕ ਖਰਾਬ ਹੋ ਜਾਂਦੀ ਆ। ਤੇ ਕਾਰਪੋਰੇਟਾਂ ਤੋਂ ਬਿਨਾਂ ਤਾਂ ਸਾਰੀ ਨਹੀਂ ਸਕਦਾ, ਕਿਉਂਕਿ ਜਿਵੇਂ ਸਿਸਟਮ ਸਾਰਾ ਗੌਰਮੈਂਟ ਦਾ ਡਾਊਨ ਹੋ ਰਿਹਾ। ਸਾਡੇ ਸਾਹਮਣੇ ਸ਼੍ਰੀਲੰਕਾ ਡੁੱਬ ਗਿਆ, ਪਾਕਿਸਤਾਨ ਡੁੱਬਣ ਨੂੰ ਫਿਰਦਾ ਵਾ। ਗੌਰਮੈਂਟ ਮਹਿਕਮੇ ਕਿਵੇਂ ਬਚਾ ਲੈਣਗੇ? ਇਹਨਾਂ ਨੂੰ ਕਿਸਾਨਾਂ ਨੂੰ ਇਹ ਬੇਨਤੀ ਕਰਿਆ ਕਰੋ ਵੀ ਤੁਸੀਂ ਕਾਰਪੋਰੇਟਾਂ ਦੇ ਵਿਰੁੱਧ ਨਾ ਬੋਲੋ। ਕਾਰਪੋਰੇਟ ਕੁਛ ਨਹੀਂ ਕਹਿੰਦੇ, ਇੱਥੇ ਕੈਨੇਡਾ 'ਚ ਬੜੇ ਕਾਰਪੋਰੇਟ ਆ, ਕਦੇ ਕੁਛ ਨਹੀਂ ਕਹਿੰਦੇ ਕਿਸੇ ਨੂੰ। ਤੇ ਇਸ ਕਰਕੇ ਇਹ ਜਿੰਨਾ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਜੀ ਬਲਦੀਪ, ਕੀ ਕਹੋਗੇ? ਆਪਾਂ ਜਿਹੜਾ ਪਹਿਲਾ ਟੌਪਿਕ ਡਿਸਕਸ ਕਰ ਰਹੇ ਸੀ, ਮੈਂ ਚਾਹੂੰਗਾ ਕਿਉਂਕਿ ਬੜਾ ਇੰਪੋਰਟੈਂਟ ਆ, ਇਸ ਦੇ ਉੱਪਰ ਵੀ, ਕਿਸਾਨੀ ਮਸਲੇ ਦੇ ਉੱਪਰ ਵੀ ਗੱਲ ਕਰਾਂਗੇ। ਉਹ ਜੋ ਪੰਕਤੀਆਂ ਮੈਂ ਦੁਹਰਾਈਆਂ ਸੀ, ਮਤਲਬ ਉਹਦਾ ਇਹ ਸੀ ਕਿ ਜੋ ਅਰਥ ਨਿਕਲਦਾ ਹੈਗਾ ਕਿ ਚਾਹੇ ਤੁਸੀਂ ਠੰਡੇ ਮੁਲਕਾਂ ਦੇ ਵਿੱਚ ਚਲੇ ਜਾਓ, ਚਾਹੇ ਤੁਸੀਂ ਕਹਿੰਦੇ ਨੇ ਚੰਦਨ ਬੜਾ ਠੰਡਾ ਹੈਗਾ, ਕਈ ਲੋਕ ਮੱਥੇ ਤੇ ਚੰਦਨ ਲਾਉਂਦੇ ਹੈਗੇ ਨੇ ਵੀ ਸ਼ੀਤਲਤਾ ਉਹਦੇ ਨਾਲ ਆਵੇ, ਪਰ ਜੋ ਮਨ ਦੇ ਵਿਕਾਰ ਨੇ, ਕਹਿੰਦੇ ਜੋ ਮਨ ਦੇ ਵਿੱਚ ਅੱਗ ਹੈਗੀ ਹੈ, ਉਹ ਇਹਨਾਂ ਚੀਜ਼ਾਂ ਨਾਲ ਠੰਡੀ ਨਹੀਂ ਹੁੰਦੀ। ਉਹ ਕਿਤੇ ਨਾ ਕਿਤੇ ਆਪਾਂ ਜਦੋਂ ਰੱਬ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਹਾਂ ਜਾਂ ਉੱਧਰ ਭਾਲ ਕਰਦੇ ਹਾਂ, ਫਿਰ ਹੀ ਉਹ ਚੀਜ਼ ਜਿਹੜੀ ਹੈ, 5 ਵਿਕਾਰ ਨੇ ਜਿਹੜੇ ਉਹ ਕੰਟਰੋਲ 'ਚ ਆਉਂਦੇ ਹੈਗੇ ਨੇ।
ਮੇਰਾ ਕਹਿਣ ਦਾ ਮਤਲਬ ਇਹ ਹੈਗਾ ਕਿ ਅਸੀਂ ਡਿਵੈਲਪਿੰਗ ਮੁਲਕ ਤੋਂ ਡਿਵੈਲਪਡ ਮੁਲਕ ਤੱਕ ਤਾਂ ਪਹੁੰਚ ਗਏ, ਇਹ ਸੋਚ ਕੇ ਗਏ ਸੀ ਕਿ ਲਾਈਫ ਸ਼ਾਇਦ ਜ਼ਿਆਦਾ ਬੈਟਰ ਹੋਏਗੀ। ਮੇਰੇ ਖਿਆਲ ਉਹ ਲੜਕੀ ਵੀ ਇਹੀ ਸੋਚ ਕੇ ਗਈ ਹੋਏਗੀ ਕਿ ਅਗਰ ਉਸਦੀ ਸ਼ਾਦੀ ਫੋਰਨ ਦੇ ਵਿੱਚ ਹੋ ਜਾਂਦੀ ਹੈਗੀ ਹੈ ਤਾਂ ਲਾਈਫ ਜ਼ਿਆਦਾ ਈਜ਼ੀ ਹੋਏਗੀ, ਜ਼ਿਆਦਾ ਬੈਟਰ ਹੋਏਗੀ। ਬਟ ਫਿਰ ਵੀ ਅਗਰ ਉੱਥੇ ਜਾ ਕੇ ਪਰੇਸ਼ਾਨੀਆਂ ਰਹਿੰਦੀਆਂ ਨੇ ਤਾਂ ਸਾਨੂੰ ਬਹੁਤ ਜ਼ਿਆਦਾ ਸੋਚਣ ਦੀ ਲੋੜ ਹੈ। ਠੀਕ ਹੈ, ਹੁਣ ਜੋ ਕਾਨੂੰਨ ਹੈਗਾ ਉਹ ਤਾਂ ਇੱਕ ਤੈਅ ਸੈੱਟ ਆਫ ਰੂਲਸ ਦੇ ਵਿੱਚ ਚੱਲਦਾ ਹੈ, ਉਹ ਆਪਣੀ ਕਾਰਵਾਈ ਜ਼ਰੂਰ ਕਰੇਗਾ। ਕੀ ਉਸਦਾ ਸਿੱਟਾ ਨਿਕਲਦਾ ਹੈ ਜਾਂ ਉਹਦੀ ਸਜ਼ਾ ਹੁੰਦੀ ਹੈ ਜਾਂ ਜੋ ਵੀ ਜਸਟਿਸ ਮਿਲਦਾ ਹੈਗਾ, ਜਸਟਿਸ ਦੀ ਡਿਮਾਂਡ ਹੋ ਰਹੀ ਹੈ ਬੇਸਿਕਲੀ ਚਾਰੇ ਪਾਸੇ, ਤਾਂ ਉਹ ਇੱਕ ਅਲੱਗ ਪਹਿਲੂ ਹੈਗਾ, ਉਹ ਕਾਰਵਾਈ ਜ਼ਰੂਰ ਚੱਲੇਗੀ। ਲੋਕ ਆਪਣਾ ਸੋਲੀਡੈਰਿਟੀ ਜਿਹੜੀ ਹੈ ਉਹ ਦਿਖਾ ਰਹੇ ਨੇ ਮਨਦੀਪ ਦੇ ਨਾਲ। ਬਟ ਜੋ ਮੇਨ ਮੈਨੂੰ ਲੱਗਦਾ ਹੈਗਾ ਕਿ ਬੇਸਿਕ ਜੋ ਚੀਜ਼ ਹੈਗੀ ਹੈ, ਕਿਉਂਕਿ ਇਕੱਲੀ ਮਨਦੀਪ ਨਹੀਂ, ਸ਼ਾਇਦ ਉੱਥੇ ਅੱਜ ਤੋਂ ਪਹਿਲਾਂ ਵੀ ਜਿਹੜੇ ਨੇ ਉਹ ਇੱਦਾਂ ਦੇ ਬਹੁਤ ਸਾਰੇ ਕੇਸ ਨੇ। ਕਈ ਵਾਰ ਇਹ ਗੱਲ ਜੋ ਹੈ ਉਹ ਲੜਕਿਆਂ ਤੇ ਲਾਗੂ ਹੁੰਦੀ ਹੈ, ਕਈ ਵਾਰ ਲੜਕੀਆਂ ਤੇ ਲਾਗੂ ਹੁੰਦੀ ਹੈ, ਕਿਉਂਕਿ ਪਿਛਲੇ ਟਾਈਮ ਦੇ ਵਿੱਚ ਉਹ ਕੇਸ ਵੀ ਬੜੇ ਆਏ ਹੈਗੇ ਨੇ। ਸੋ ਇਹ ਚੀਜ਼ ਸਾਨੂੰ ਸੋਚਣ ਦੀ ਲੋੜ ਹੈ ਕਿ ਅਸੀਂ ਜਿਸ ਨੂੰ ਕਹਿੰਦੇ ਹਾਂ ਕਿ ਇੱਕ ਏਂਸ਼ੀਅੰਟ ਹਿਸਟਰੀ ਸੀ, ਇੱਕ ਮਿਡੀਵੀਅਲ ਹਿਸਟਰੀ ਸੀ, ਇੱਕ ਮਾਡਰਨ ਹਿਸਟਰੀ ਸੀਗੀ। ਹੁਣ ਅਸੀਂ ਕਹਿੰਦੇ ਹਾਂ ਕਿ ਅਸੀਂ ਮਾਡਰਨ ਯੁੱਗ ਦੇ ਵਿੱਚ ਜੀ ਰਹੇ ਹਾਂ, ਸਾਡੇ ਕੋਲ ਟੈਕਨੀਕ ਹੈ, ਸਾਡੇ ਕੋਲ ਟੈਕਨੋਲੋਜੀ ਹੈ, ਅਸੀਂ ਜ਼ਿਆਦਾ ਬਿਹਤਰ ਹੋ ਗਏ, ਇਨਸਾਨ ਸਮਝਦਾਰ ਹੋ ਗਿਆ। ਪਰ ਸਭ ਕੁਝ ਹੋਣ ਦੇ ਬਾਵਜੂਦ ਵੀ ਇਹ ਸਮੱਸਿਆਵਾਂ ਨਾਲ ਅਸੀਂ ਦੋ ਚਾਰ ਜ਼ਰੂਰ ਹੈਗੇ ਆ। ਬਟ ਹਾਂ, ਮੇਰਾ ਇੱਕ ਪਰਸਨਲ ਓਪੀਨੀਅਨ ਇਹ ਜ਼ਰੂਰ ਸੀਗਾ ਕਿ ਮਨਦੀਪ ਨੂੰ ਠੀਕ ਹੈ, ਸਮੱਸਿਆਵਾਂ ਜ਼ਿੰਦਗੀ 'ਚ ਬਹੁਤ ਹੁੰਦੀਆਂ ਨੇ, ਪਰ ਸਟੈਪ ਇਸ ਤਰੀਕੇ ਦਾ ਸਟੈਪ ਜਿਹੜਾ ਕਿਸੇ ਵੀ ਲੜਕੀ ਨੂੰ ਨਹੀਂ ਚੱਕਣਾ ਚਾਹੀਦਾ। ਉਸਦੇ ਅਲਟਰਨੇਟ ਲੱਭਣੇ ਚਾਹੀਦੇ ਨੇ, ਹੋਰ ਬੜੇ ਅਲਟਰਨੇਟ ਹੋ ਸਕਦੇ ਨੇ। ਤੁਸੀਂ ਇਕੱਠੇ ਨਹੀਂ ਰਹਿਣਾ ਚਾਹੁੰਦੇ, ਇਟਸ ਓਕੇ, ਫਾਈਨ, ਹੋਰ ਬੜੇ ਅਲਟਰਨੇਟਸ ਹੈਗੇ ਨੇ ਉਸ ਚੀਜ਼ ਦੇ। ਖੈਰ, ਕਾਲਰ ਜੁੜ ਚੁੱਕੇ ਨੇ ਆਪਣੇ ਨਾਲ, ਆਪਾਂ ਕਾਲਰ ਲੈਣੇ ਜੀ। ਬਿਲਕੁਲ, ਤੇ ਅਗਲੇ ਕਾਲਰ ਦੇ ਨਾਲ ਬਣਾਂਗੇ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਹਾਂਜੀ ਨਵਦੀਪ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣੇ ਨਵੇਂ ਵੀਰ ਜੀ, ਇਹਨਾਂ ਨੂੰ ਬਹੁਤ ਬਹੁਤ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਮੈਂ ਜੀ ਬਲਦੇਵ ਸਿੰਘ ਸ਼ੀਨਾ ਬੋਲ ਰਿਹਾ USA ਤੋਂ ਜੀ ਸਾਹਿਬ। ਤੇ ਉਹ ਤਰਵੀਰ ਜੀ, ਇਸ ਤਰ੍ਹਾਂ ਵੀ ਜਿਹੜੀ ਗੱਲ ਇੱਥੇ ਵਾਪਰੀ ਹੈ ਨਾ, ਮਤਲਬ USA ਵਿੱਚ ਜੀ, ਉਹਦੇ ਵਿੱਚ ਇਸ ਤਰ੍ਹਾਂ ਕਿ ਜਿਹੜੇ ਆਪਣੇ ਬਹੁਤ ਸਾਰੇ ਪੰਜਾਬੀ ਮਾਪੇ ਨੇ ਉਹ ਆਪਣੀਆਂ ਧੀਆਂ ਨੂੰ ਅਮਰੀਕਾ ਵਿਆਹ ਦਿੰਦੇ ਨੇ, ਪਰ ਇੱਥੇ ਜਿਹੜੀ ਲਾਈਫ ਹੈ ਨਾ ਉਹ ਇੰਨੀ ਮਤਲਬ ਵਧੀਆ ਨਹੀਂ ਹੈ, ਇੰਨੀ ਸੌਖੀ ਨਹੀਂ ਹੈਗੀ। ਮਤਲਬ ਲਾਈਫ ਵਧੀਆ ਜ਼ਰੂਰ ਹੈਗੀ ਹੈ ਪਰ ਇੰਨੀ ਸੌਖੀ ਨਹੀਂ ਹੈ, ਉਹਨੂੰ ਕਰਨ ਵਾਸਤੇ ਬਹੁਤ ਮਿਹਨਤ ਕਰਨੀ ਪੈਂਦੀ ਹੈ। ਤੇ ਦੂਸਰਾ, ਜਿਹੜੀ ਬੀਬੀ ਦੀ ਗੱਲ ਕੀਤੀ ਹੈ ਨਾ, ਗੱਲ ਵਾਪਰੀ ਹੈ ਨਾ, ਉਹਨਾਂ ਨੂੰ ਮਤਲਬ ਇੱਥੇ ਤਾਂ ਇਹੋ ਜਿਹੇ ਕਾਨੂੰਨ ਨੇ ਵੀ ਜਿਸ ਤਰ੍ਹਾਂ ਉਹਨੇ ਪਹਿਲਾਂ ਉਹਨਾਂ ਦਾ ਜੇ ਟਾਰਚਰ ਨੂੰ ਕੀਤਾ ਜਾਂਦਾ ਸੀ ਨਾ, ਉਹਨੂੰ ਇਹ ਚਾਹੀਦਾ ਨਹੀਂ ਸੀ ਕਿ ਉਹ ਸੁਈਸਾਈਡ ਕਰਦੀ। ਉਹ ਗੱਲ ਅਗਰ ਪੁਲਿਸ 'ਚ ਲਿਆਉਂਦੀ, ਉਹ ਕੋਰਟ 'ਚ ਗੱਲ ਜਾਂਦੀ, ਤੇ ਉਹਨੂੰ ਬਹੁਤ ਸਾਰੀਆਂ ਸਹੂਲਤਾਂ ਮਿਲ ਸਕਦੀਆਂ ਸੀ, ਗੌਰਮੈਂਟ ਵੱਲ ਮਿਲ ਸਕਦੀਆਂ ਸੀ। ਤੇ ਉਹਦੇ ਦੇ 2 ਬੱਚੇ ਹੈਗੇ ਆ, ਉਹ ਨਾਲ ਉਹ ਆਪਣੀਆਂ, ਉਹਨੂੰ ਮਤਲਬ ਉਹ ਬੰਦਾ ਜਿੰਨੇ ਕਰਕੇ ਉਹ ਮਰੀ ਹੈ ਨਾ, ਉਸ ਬੰਦੇ ਦੇ ਨੱਕ 'ਚ ਦਮ ਹੋ ਜਾਣਾ ਸੀ, ਕਿਉਂਕਿ ਉਹਨਾਂ ਬਹੁਤ ਖਰਚਾ ਵੱਜਦਾ ਇੱਥੇ ਬੱਚਿਆਂ ਦਾ ਖਰਚਾ ਇੰਨਾ ਕੁ ਵੱਜਦਾ ਆ ਤੇ ਉਹ ਬੰਦਾ ਨੂੰ ਅਫੋਰਡ ਕਰਨਾ ਔਖਾ ਹੋ ਸਕਦਾ ਹੈ। ਤੇ ਉਹਨੂੰ ਚਾਹੀਦਾ ਸੀ ਉਹ ਮਤਲਬ ਕੋਰਟ ਜਾਂਦੀ, ਕੋਰਟ ਜਾ ਕੇ ਉਹਨੂੰ ਇੱਕ ਤੇ ਉਹਨੂੰ ਮਤਲਬ ਉਹਨੂੰ ਵੱਖਰੇ ਰਹਿਣ ਦਾ ਵਾਸਤੇ ਉਹਨੂੰ ਗੌਰਮੈਂਟ ਉਹਨੂੰ ਰਿਹਾਇਸ਼ ਵੀ ਦੇਣੀ ਪੈਣੀ ਸੀ, ਉਹਨੂੰ ਖਰਚਾ ਵੀ ਦੇਣਾ ਪੈਣਾ ਸੀ। ਇਸ ਤੋਂ ਇਲਾਵਾ ਗੌਰਮੈਂਟ ਵੱਲੋਂ ਵੀ ਉਹਨੂੰ ਮਤਲਬ ਬੱਚਿਆਂ ਨੂੰ ਮਤਲਬ ਪੈਸੇ ਮਿਲਣੇ ਸੀ, ਉਹਨੂੰ ਆਪ ਪੈਸੇ ਮਿਲਣੇ ਸੀ, ਉਹਦੀ ਬਹੁਤ ਮਦਦ ਹੋਣੀ ਸੀ। ਔਰ ਈਵਨ ਜਿਹੜੀਆਂ ਉੱਥੇ ਮਤਲਬ ਹੋਰ ਸੰਸਥਾਵਾਂ ਹੈਗੀਆਂ ਨੇ ਨਿਊਯਾਰਕ ਵਿੱਚ, ਉਹ ਵੀ ਉਹਦੀ ਮਦਦ ਕਰਨ ਨੂੰ ਤਿਆਰ ਸੀ, ਲੇਕਿਨ ਉਹਨੇ ਕਾਹਲੀ ਕੀਤੀ ਕਿਉਂਕਿ ਉਹਦਾ ਮਤਲਬ ਸਮਾਂ ਉਹਦਾ ਚਰਜਾ ਮੁੱਕ ਗਿਆ ਸੀ ਤੇ ਉਹਨੇ ਉਹ ਜਿਹੜੀ ਸੁਈਸਾਈਡ ਕੀਤੀ ਉਹਨੂੰ ਕਰਨੀ ਨਹੀਂ ਚਾਹੀਦੀ। ਉਹਨੂੰ ਚਾਹੀਦਾ ਸੀ ਕਿ ਜੇ ਉਹਦਾ ਦਾ ਮੁਕਾਬਲਾ ਕਰਕੇ ਦੱਸਦੀ ਵੀ ਲੈ ਵੀ ਮੈਂ ਤੇਰੇ ਤੋਂ ਬਗੈਰ ਵੀ ਇੱਥੇ ਮਤਲਬ ਰਹਿ ਸਕਦੀ ਹਾਂ, ਕਿਉਂਕਿ ਉਹਨੂੰ ਇੰਨਾ ਖਰਚਾ ਬਚਣਾ ਸੀ, ਉਹਦਾ ਚੁੰਮਰ ਨਿਕਲ ਜਾਣਾ ਸੀ, ਉਹਦਾ ਦਿਮਾਗ ਆਪਣੇ ਆਪ ਠੀਕ ਹੋ ਜਾਣਾ ਸੀ। ਉਹਨੇ ਕੁਝ ਸਮੇਂ ਬਾਅਦ ਉਹਨੂੰ ਆਪ ਆਫਰ ਕਰਨਾ ਕਿ ਤੂੰ ਮੇਰੇ ਕੋਲ ਆ, ਮੈਂ ਤੇ ਬਾਕੀ ਇੱਥੇ ਤਾਂ ਇਹੋ ਜਿਹੇ ਕਾਨੂੰਨ ਨੇ ਜੀ ਵੀ ਜੇ ਤੁਸੀਂ ਕਿਸੇ ਨੂੰ ਮਤਲਬ ਈਵਨ ਆਪਣੇ ਬੱਚਿਆਂ ਨੂੰ ਵੀ ਅਸੀਂ ਉਹ ਇਹ ਨਹੀਂ ਕਹਿ ਸਕਦੇ, ਬੱਚੇ ਅਗਰ ਪੁਲਿਸ ਨੂੰ ਕਾਲ ਕਰ ਦਿੰਦੇ ਆ, ਪੁਲਿਸ ਉਸ ਫੜ ਕੇ ਲੈ ਜਾਂਦੀ ਮਾਂ ਪਿਓ ਨੂੰ ਜੀ ਜੀ, ਤੇ ਉਹ ਤੇ ਉਹਨੂੰ ਜੋ ਟਾਰਚਰ ਕਰਦਾ ਸੀ ਆਪਣੀ ਵਾਈਫ ਨੂੰ, ਤੇ ਪੁਲਿਸ ਨੂੰ ਕਾਲ ਕਰਦੀ ਤੇ ਉਹਨਾਂ ਨੇ ਇਹੋ ਜਿਹਾ ਉਹਨੂੰ ਨੱਕ ਦਬ ਕਰਨਾ ਸੀ, ਉਹ ਮੁੜ ਕੇ ਭੁੱਲ ਜਾਂਦਾ ਕਿ ਮੈਂ ਕਿਸੇ ਨੂੰ ਟਾਰਚ ਕਰਨਾ। ਬਾਕੀ ਦੂਸਰੀ ਨਵਦੀਪ ਗੱਲ ਜਿਹੜੀ ਆਪਾਂ ਤੁਸੀਂ ਕਿਸਾਨਾਂ ਦੀ ਗੱਲ ਕੀਤੀ ਆ ਵੀ ਕਿਸਾਨਾਂ ਨੂੰ ਜਿਹੜਾ 5-5 ਲੱਖ ਰੁਪਇਆ ਜਿਹੜਾ ਦੇ ਰਹੇ ਨੇ, ਉਹ ਬਹੁਤ ਵਧੀਆ ਗੱਲ ਹੈ ਜੀ, ਕਿਉਂਕਿ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਤੇ ਮਤਲਬ ਇਸ ਕਰਕੇ ਉਹਨਾਂ ਨੂੰ ਜਿੰਨੇ ਵੀ ਕੰਪਨਸੇਟ ਕੀਤਾ ਜਾਵੇ। ਤੇ ਕਿਉਂਕਿ ਜਿਹੜੀ ਸੈਂਟਰ ਗੌਰਮੈਂਟ ਆ ਉਹਦੀ ਤੇ ਤੁਹਾਨੂੰ ਪਤਾ ਹੀ ਆ ਪੰਜਾਬ ਦੇ ਨਾਲ ਜੋ ਈਰਖਾਬਾਜ਼ੀ ਹੈਗੀ ਆ, ਉਹਨਾਂ ਨੇ ਕਿਸਾਨਾਂ ਦਾ ਝੂਠੇ ਵਾਅਦੇ ਕਰਕੇ ਵੀ ਅਸੀਂ ਐਮਬੈਸੀ ਦੇ ਕਾਨੂੰਨ ਬਣਾਵਾਂਗੇ, ਉਹ ਕਾਨੂੰਨ ਵਾਪਸ ਲੈ ਲਏ, ਪਰ ਉਹ ਕਾਨੂੰਨ ਸਾਰੇ ਮਤਲਬ ਉਹਨਾਂ ਨੇ ਵਾਪਸ ਲੈ ਤੇ ਲਏ ਆ,
ਪਰ ਅਜੇ ਤੱਕ ਮੁੜ ਕੇ ਉਹਨਾਂ ਬਾਰੇ ਕੁਝ ਹੋਰ ਗਾਡੀ ਕੋਈ ਪੱਕਾ ਗੱਲ ਨਹੀਂ ਕੀਤਾ, ਕੋਈ ਉਹਨਾਂ MSc ਵੱਜੀ ਨਹੀਂ ਹੈ। ਤੇ ਨਵਦੀਪ ਜੀ ਕਿਉਂਕਿ ਅਸੀਂ ਵੀ ਚਲੋ ਅਸੀਂ ਪੰਜਾਬ ਦੇ ਰਹਿਣ ਵਾਲੇ ਆ, ਚਲੋ ਭਾਵੇਂ ਠੀਕ ਹੈ ਅਸੀਂ ਅਮਰੀਕਾ 'ਚ ਰਹਿ ਰਹੇ ਹਾਂ, ਪਰ ਸਾਡਾ ਜਿਹੜਾ ਦਿਲ ਆ, ਸਾਡਾ ਜਿਹੜਾ ਮਤਲਬ ਹਰ ਵੇਲੇ ਹਮਦਰਦੀ ਆ ਪੰਜਾਬ ਦੇ ਨਾਲ ਆ। ਔਰ ਈਵਨ ਤੁਹਾਨੂੰ ਮੈਂ ਦੱਸਾਂਗੇ ਜਦੋਂ ਮੋਰਚਾ ਲੱਗਾ ਕਿਸਾਨਾਂ ਦਾ, ਮੈਂ ਸਪੈਸ਼ਲੀ ਇੱਥੋਂ 2 ਹਫ਼ਤੇ ਛੁੱਟੀ ਲੈ ਕੇ 2 ਹਫ਼ਤੇ ਮੈਂ ਉੱਥੇ ਜਾ ਕੇ ਆਇਆ ਸੀ, ਕਿਉਂਕਿ ਕਿਸਾਨਾਂ ਨਾਲ ਪਿਆਰ ਮਿਲਦੀ ਆ, ਉਹ ਜਿੰਨਾ ਵੀ ਉਹਨਾਂ ਨੂੰ ਸਹੂਲਤਾਂ ਮਿਲਣ ਉਹ ਚੰਗੀਆਂ ਜੀ। ਥੈਂਕ ਯੂ ਵੈਰੀ ਮਚ ਜੀ। ਬਹੁਤ ਬਹੁਤ ਧੰਨਵਾਦ ਸ਼ੀਨਾ ਸਾਹਿਬ, ਸ਼ੁਕਰੀਆ ਨੇ ਜੁੜੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂ ਬੀਬਾ ਜੀ, ਤੁਹਾਨੂੰ ਵੀ ਸਤਿ ਸ੍ਰੀ ਅਕਾਲ ਅਤੇ ਭਾਈ ਸਾਹਿਬ ਨੂੰ ਵੀ ਸਤਿ ਸ੍ਰੀ ਅਕਾਲ ਜੀ। ਹਾਂਜੀ ਹਾਂਜੀ, ਮੈਂ ਅਜੀਤ ਸਿੰਘ ਸਰਾਂ ਬੋਲਦਾ ਜੀ। ਜੀ ਸਰਾਂ ਸਾਹਿਬ। ਹਾਂਜੀ, ਮੈਂ ਇੱਕ ਮੁੱਦਾ ਤੁਹਾਡੇ ਕੋਲ ਰੱਖਦਾ ਜੀ ਕਿ ਸੁਪਰੀਮ ਕੋਰਟ ਨੇ ਕਿਹਾ ਗਵਰਨਮੈਂਟ ਨੂੰ ਕਿ ਬਈ ਤੁਸੀਂ ਵਿਕਾਸ ਕਰ ਰਹੇ ਹੋ, ਲੋਕ ਤਾਂ ਭੁੱਖੇ ਮਰ ਰਹੇ ਆ, ਰੋਟੀ ਨਹੀਂ ਮਿਲ ਰਹੀ ਉਹਨਾਂ ਨੂੰ। ਬਿਲਕੁਲ। ਇਹ ਵਿਕਾਸ ਕਾਹਦਾ ਕਰ ਰਹੇ ਹੋ? ਹਾਂਜੀ, ਦੇਖੋ ਡਾਲਰ ਦੀ ਕੀਮਤ ਵੱਧ ਰਹੀ ਆ, ਪੈਸਾ ਆਪਣਾ ਪੰਜਾਬ ਦਾ, ਇੰਡੀਆ ਦਾ ਪੈਸਾ ਘਟ ਰਿਹਾ, 65 ਰੁਪਏ ਤੱਕ ਆ ਗਿਆ ਡਾਲਰ ਜੀ। ਹਾਂਜੀ ਜੀ, ਤੇ ਇਹ ਹਾਲ ਕੀ ਹੋ ਰਿਹਾ? ਇਹਨਾਂ ਕੋਲ ਕੋਈ ਅਰਥ ਸ਼ਾਸਤਰੀ ਹੈ ਨਹੀਂ ਗਵਰਨਮੈਂਟ ਕੋਲੇ, ਉਹ ਜੋ ਸੋਚੇ ਕਿ ਪੂਰਾ ਇੰਡੀਆ ਦਾ ਪੈਸਾ ਇੱਧਰ ਆ ਰਿਹਾ ਔਰ ਉਹ ਸਾਰਾ ਦੇਸ਼ ਹੈ ਜਿਹੜਾ ਉਹ ਤਾਂ ਕੱਲ ਨੂੰ ਉਹਨਾਂ ਨੂੰ ਆਪਦਾ ਬਾਹਰ ਕੱਢ ਦੇਣਗੇ, ਉਹ ਲੰਕਾ ਹਾਲ ਹੋ ਜਾਏਗਾ ਤੁਹਾਡਾ। ਤੁਹਾਡੇ ਕੋਲ ਪੈਸਾ ਕਿੱਥੋਂ ਆਏਗਾ? ਤੁਸੀਂ ਤਾਂ ਪੈਸੇ ਦੀ ਕੀਮਤ ਘਟਾ ਰਹੇ ਆ। ਜੇ ਤੁਹਾਡੇ ਕੋਲ ਅਰਥ ਸ਼ਾਸਤਰੀ ਹੈ ਉਹਦੇ ਤੇ ਗੌਰ ਕਰੋ ਔਰ ਲੋਕਾਂ ਨੂੰ ਮਾਰ ਨਾ ਦਿਓ। ਬਈ ਪੈਸੇ ਦੀ ਕੀਮਤ ਜੇ ਘਟ ਗਈ ਆ ਤੇ ਫਿਰ ਲੋਕਾਂ ਦਾ ਜਿਹੜਾ ਇੱਧਰ ਨੂੰ ਆਉਂਦਾ, ਦੇਖੋ ਸਾਰਾ ਪੰਜਾਬ ਤਾਂ ਇੱਧਰ ਨੂੰ ਆ ਰਿਹਾ, ਪੰਜਾਬ ਖਾਲੀ ਹੋ ਰਿਹਾ ਹੈ। ਸਾਰੇ ਪੰਜਾਬ ਦੀ ਜਿੰਨੀ ਇਕਾਨਮੀ ਆ ਉਹ ਇੱਥੇ ਆ ਕੇ ਇਕਾਨਮੀ ਇਹਨਾਂ ਦੀ ਵਧਾ ਰਹੀ ਆ। ਕੈਨੇਡਾ ਦੀ ਇਕਾਨਮੀ ਉਸ ਦੇ ਨਾਲ ਵੱਧ ਰਹੀ ਆ, ਸਟੂਡੈਂਟ ਆਉਣ ਦੇ ਨਾਲ ਬਹੁਤ ਵੱਧ ਰਹੀ ਆ ਤੇ ਉਹ ਪੈਸੇ ਦੀ ਕੀਮਤ ਘਟ ਰਹੀ ਆ। ਇਹ ਗਵਰਨਮੈਂਟ ਨੂੰ ਕੁਛ ਪਤਾ ਹੀ ਨਹੀਂ ਹੈਗਾ। ਲੋਕਾਂ ਦੇ ਉਹ ਕਿਸਾਨਾਂ ਦੇ ਪਿੱਛੇ ਪਈ ਆ, ਕਿਸਾਨਾਂ ਨੂੰ ਆਹ ਨਹੀਂ ਦੇਣਾ, ਕਿਸਾਨਾਂ ਨੂੰ ਉਹ ਨਹੀਂ ਦੇਣਾ, ਕਿਸਾਨਾਂ ਨੂੰ MSP ਨਹੀਂ ਦੇਣੀ। ਜੇ ਕਿਸਾਨਾਂ ਨੂੰ MSP ਨਹੀਂ ਦੇਣਗੇ, ਤੁਹਾਨੂੰ ਕਿਸਾਨ ਕਣਕ ਕਿੱਥੋਂ ਦੇਣਗੇ? ਤੁਹਾਨੂੰ ਦੂਸਰੀਆਂ ਚੀਜ਼ਾਂ ਖਾਣ ਨੂੰ ਕਿੱਥੋਂ ਦੇਣਗੇ? ਤੁਸੀਂ ਕਿੱਥੋਂ ਲਾਓਗੇ? ਕਾਹਦੇ ਤੇ ਲਾਓਗੇ? ਤੁਹਾਡੇ ਕੋਲ ਪੈਸਾ ਹੈਗਾ? ਤੁਹਾਡੇ ਪੈਸੇ ਦੀ ਕੀਮਤ ਨਹੀਂ ਹੈ ਕੋਈ ਵੀ। ਕਿਸਾਨਾਂ ਦੇ ਨਾਲ ਇਹਨਾਂ ਨੂੰ ਬਿਲਕੁਲ ਕਿਸਾਨਾਂ ਨੂੰ ਖੁਸ਼ ਰੱਖਣਾ ਚਾਹੀਦਾ ਬਈ ਜੋ ਤੁਹਾਡੀ ਚੀਜ਼ ਹੈ ਮਿਲਦੀ ਆ ਔਰ ਤੁਹਾਨੂੰ ਅਸੀਂ ਹਰ ਚੀਜ਼ ਤੇ MSP ਦੇਵਾਂਗੇ ਤਾਂ ਕਿ ਲੋਕ ਖੁਸ਼ੀ ਸਾਰੇ ਕੰਮ ਕਰਨ। ਇਹ ਹਰ ਕੋਸ਼ਿਸ਼ ਕਰਦੇ ਆ ਪੰਜਾਬ ਨੂੰ ਤੰਗ ਕਰਨ ਦੀ, ਪੰਜਾਬ ਦੇ ਕਿਸਾਨਾਂ ਨੂੰ ਤੰਗ ਕਰਨ ਦੀ। ਜੇ ਇਸ ਤਰ੍ਹਾਂ ਕਰਦੇ ਰਹਿਣਗੇ ਇਹ ਧੋਖਾ ਖਾਣਗੇ, ਲੋਕਾਂ ਨੂੰ ਰੋਟੀ ਨਹੀਂ ਮਿਲ ਰਹੀ। ਸੁਪਰੀਮ ਕੋਰਟ ਕਹਿ ਰਹੀ ਆ, ਮੈਂ ਨਹੀਂ ਕਹਿ ਰਿਹਾ। ਅੱਜ ਦੇ ਪੇਪਰ 'ਚ ਆ ਕਿ ਸੁਪਰੀਮ ਕੋਰਟ ਕਹਿੰਦੀ ਵਿਕਾਸ ਕਾਹਦਾ ਕਰ ਰਹੇ ਆ ਤੁਸੀਂ, ਲੋਕ ਤਾਂ ਭੁੱਖੇ ਮਰ ਰਹੇ ਆ। ਦੇਖੋ ਇੰਡੀਆ ਵਰਗੇ ਦੇਸ਼ 'ਚ ਜੇ ਭੁੱਖੇ ਮਰਨਗੇ, ਜਿੱਥੇ ਆਮ ਕਣਕਾਂ ਸਾਰੀਆਂ ਫਸਲਾਂ ਹੁੰਦੀਆਂ, ਤੇ ਜੇ ਇਹ ਕਿਸਾਨਾਂ ਦੇ ਨਾਲ ਮਿਲ ਕੇ ਨਹੀਂ ਚੱਲਦੀ ਗਵਰਨਮੈਂਟ ਤੇ ਫਿਰ ਕੀ ਵਿਕਾਸ ਹੈ? ਜੀ ਉਹਨਾਂ ਨੂੰ ਖੁਸ਼ ਰੱਖਣਾ ਚਾਹੀਦਾ, ਉਹਨਾਂ ਦੀ ਹਿੰਮਤ ਕਰਨੀ ਚਾਹੀਦੀ ਆ ਔਰ ਪੰਜਾਬ ਨੂੰ ਜਿਹੜਾ ਕੁਝ ਗ੍ਰਾਂਟ ਦੇਣੀ ਚਾਹੀਦੀ ਆ। ਪੰਜਾਬ ਸਾਰਾ ਕੁਝ ਇਹਨਾਂ ਵਾਸਤੇ, ਲੋਕਾਂ ਵਾਸਤੇ ਕਰਦਾ। ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਜੀ ਨਵਦੀਪ, ਕਾਫੀ ਇੱਕੋ ਗੱਲ ਦੇ ਵਿੱਚ ਮੇਰੇ ਖਿਆਲ ਕਾਫੀ ਮਸਲਿਆਂ ਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਆ। ਵਿੱਚ ਹੀ ਇਕਨੋਮਿਕਸ ਦੀ ਗੱਲ ਵੀ ਕਰ ਰਹੇ ਸੀ ਔਰ ਵਿੱਚ ਹੀ ਕਿਸਾਨੀ ਮਸਲਾ ਜਿਹੜਾ MSP ਦੀ ਗੱਲ ਆ ਉਹ ਵੀ ਹੋ ਰਹੀ ਸੀ। ਕਹਿ ਰਹੇ ਸੀ ਕਿ ਜਿਸ ਤਰੀਕੇ ਨਾਲ ਲਗਾਤਾਰ ਰੁਪਇਆ ਡਿੱਗ ਰਿਹਾ ਹੈਗਾ ਔਰ ਡਾਲਰ ਦੀ ਕੀਮਤ ਵੱਧ ਰਹੀ ਹੈ। 65 ਰੁਪਏ ਦਾ ਇਹਨਾਂ ਨੇ ਜ਼ਿਕਰ ਕੀਤਾ, ਮੇਰੇ ਖਿਆਲ ਸ਼ਾਇਦ ਕੈਨੇਡੀਅਨ ਡਾਲਰ ਦੀ ਗੱਲ ਕਰਦੇ ਹੋਣਗੇ। ਅਮਰੀਕਨ ਡਾਲਰ ਤਾਂ ਤਕਰੀਬਨ 80 ਤੱਕ ਪਹੁੰਚ ਵੀ ਗਿਆ ਸੀਗਾ। 80 ਰੁਪਏ ਦਾ $1 ਆਪਾਂ ਮੰਨ ਕੇ ਚੱਲੀਏ। ਸੋ ਇਜ਼ਾਫਾ ਜ਼ਰੂਰ ਵੱਡਾ ਹੈਗਾ ਔਰ ਇਸ ਦੇ ਨਾਲ ਜਿਹੜਾ ਇੰਪੋਰਟ ਹੋਣੀਆਂ ਚੀਜ਼ਾਂ ਨੇ, ਜਿਹੜੇ ਰੁਪਏ ਦੀ ਗੱਲ ਚੱਲਦੀ ਹੈਗੀ ਹੈ, ਇਹਨਾਂ ਨੇ ਜ਼ਿਕਰ ਕੀਤਾ ਕਿ ਰੁਪਇਆ ਸਸਤਾ ਹੋ ਰਿਹਾ। ਉਸ ਦੇ ਨਾਲ ਜਿਹੜਾ ਭਾਰਤ ਦੂਸਰੇ ਮੁਲਕਾਂ ਤੋਂ ਇੰਪੋਰਟ ਕਰਦਾ ਕੁਝ ਚੀਜ਼ਾਂ, ਚਾਹੇ ਉਹ ਤੇਲ ਹੋਵੇ ਜਾਂ ਹੋਰ ਚੀਜ਼ਾਂ ਇੰਪੋਰਟ। ਕੱਚਾ ਤੇਲ ਆਮ ਤੌਰ 'ਤੇ ਵੱਡੇ ਪੱਧਰ 'ਤੇ ਇੰਪੋਰਟ ਹੁੰਦਾ ਹੈ ਇੰਡੀਆ ਦੇ ਵਿੱਚ, ਕਿਉਂਕਿ ਤਕਰੀਬਨ ਜ਼ਿਆਦਾਤਰ ਮਾਤਰਾ ਦੇ ਵਿੱਚ ਬਾਹਰੋਂ ਹੀ ਮੰਗਾਇਆ ਜਾਂਦਾ।
ਤਾਂ ਉਸ ਦੀ ਜਿਹੜੀ ਅਦਾਇਗੀ ਹੁੰਦੀ ਹੈ ਉਹ ਸਾਨੂੰ ਡਾਲਰ ਦੇ ਵਿੱਚ ਕਰਨੀ ਪੈਂਦੀ ਹੈ, ਇੰਟਰਨੈਸ਼ਨਲ ਕਰੰਸੀ ਦੇ ਵਿੱਚ ਕਰਨੀ ਪੈਂਦੀ ਹੈ। ਜਿੰਨਾ ਡਾਲਰ ਮਹਿੰਗਾ ਹੋਏਗਾ ਸਮਝ ਲਓ ਓਨੇ ਸਾਡੇ ਰੁਪਏ ਜਿਹੜੇ ਨੇ ਉਹ ਜ਼ਿਆਦਾ। ਉਹਦੇ ਨਾਲ ਵਿਦੇਸ਼ੀ ਮੁਦਰਾ, ਹਰੇਕ ਮੁਲਕ ਦਾ ਇੱਕ ਵਿਦੇਸ਼ੀ ਮੁਦਰਾ ਭੰਡਾਰ ਹੁੰਦਾ। ਜਿੰਨਾ ਜ਼ਿਆਦਾ ਕੋਈ ਬਾਹਰਲੀ ਕਰੰਸੀ ਮਹਿੰਗੀ ਹੋਏਗੀ ਜਿਸ 'ਚ ਅਸੀਂ ਅਦਾਇਗੀ ਕਰਨੀ ਹੈ, ਓਨੀ ਸਾਡੀ ਵਿਦੇਸ਼ੀ ਮੁਦਰਾ ਜਿਹੜੀ ਹੈ ਉਹ ਘਟਦੀ ਜਾਏਗੀ। ਸੋ ਉਸ ਦਾ ਅਸਰ ਕਿਤੇ ਨਾ ਕਿਤੇ ਇਹ ਪੈਂਦਾ ਕਿ ਇਨਫਲੇਸ਼ਨ ਰੇਟ ਹੈ ਜਿਹੜਾ ਉਸ ਦੇ ਵਿੱਚ ਵਾਧਾ ਹੁੰਦਾ ਹੈਗਾ। ਇਨਫਲੇਸ਼ਨ ਰੇਟ, ਮਹਿੰਗਾਈ ਵੱਧਦੀ ਹੈਗੀ ਹੈ ਔਰ ਇਸ ਦੇ ਨਾਲ ਹੀ ਹੋਰ ਚੀਜ਼ਾਂ ਕਾਫੀ ਜ਼ਿਆਦਾ ਅਟੈਚ ਹੋ ਜਾਂਦੀਆਂ ਨੇ ਇਸ ਚੀਜ਼ ਦੇ ਨਾਲ। ਅਗਰ ਮਹਿੰਗਾਈ ਵੱਧਦੀ ਹੈ ਤਾਂ ਆਮ ਲੋਕਾਂ ਦੇ ਉੱਪਰ ਅਸਰ ਪੈਂਦਾ। ਜਿਹੜੀ ਇਹ ਗੱਲ ਕਰ ਰਹੇ ਸੀ ਕਿ ਵਿਕਾਸ ਦੀ ਗੱਲ ਹੋ ਰਹੀ ਹੈ ਬਟ ਜਿਹੜਾ ਭੁੱਖਾ ਮਰ ਰਿਹਾ ਆਮ ਆਦਮੀ, ਸੋ ਉਹ ਉਸ ਦਾ ਇੱਕ ਅਸਰ ਇਹ ਵੀ ਪੈਂਦਾ ਹੈ ਕਿ ਮਹਿੰਗਾਈ ਜਦੋਂ ਤੁਸੀਂ ਇਨਫਲੇਸ਼ਨ ਮਹਿੰਗਾਈ ਵੱਧਦੀ ਹੈ ਤਾਂ ਆਮ ਬੰਦੇ ਦੇ ਉੱਪਰ ਉਸ ਚੀਜ਼ ਦਾ ਅਸਰ ਪੈਂਦਾ। ਦੂਜੀ ਗੱਲ ਇਹ ਕਰ ਰਹੇ ਨੇ ਕਿ MSP ਦੀ ਗੱਲ ਹੋ ਰਹੀ ਹੈ ਕਿ ਬਾਰ-ਬਾਰ MSP ਦੇ ਉੱਪਰ ਕਮੇਟੀ ਬਣਾਈ ਗਈ ਹੈ ਪਰ ਪੰਜਾਬ ਨੂੰ ਉਸ ਤੋਂ ਬਾਹਰ ਰੱਖਿਆ ਗਿਆ। ਸਭ ਤੋਂ ਬੜਾ ਐਗਰੀਰੀਅਨ ਅਗਰ ਸਟੇਟ ਇੰਡੀਆ ਦੀ ਹੈਗੀ ਹੈ ਤਾਂ ਉਹ ਪੰਜਾਬ ਹੈ ਔਰ ਪੰਜਾਬ ਨੂੰ ਹੀ ਉਸ ਚੀਜ਼ ਤੋਂ ਬਾਹਰ ਰੱਖਿਆ ਗਿਆ। ਪੰਜਾਬ ਨੇ ਹੀ ਐਡਾ ਲੰਬਾ ਸੰਘਰਸ਼ ਕੀਤਾ ਦਿੱਲੀ ਦੇ ਖਿਲਾਫ। ਸ਼ਾਇਦ ਦਿੱਲੀ ਸੋਚਦੀ ਹੋਵੇ, ਸੈਂਟਰ ਸੋਚਦਾ ਹੋਵੇ ਕਿ ਕਿਉਂ ਨਾ ਚੁੰਡੀ ਵੱਢ ਕੇ ਦੇਖੀ ਜਾਵੇ। ਆਪਣੇ ਪੰਜਾਬੀ ਭਾਸ਼ਾ 'ਚ, ਦੇਸੀ ਭਾਸ਼ਾ 'ਚ ਕਹਿ ਦਿੰਦੇ ਨੇ। ਸੋ ਮੇਰੇ ਖਿਆਲ ਹੈ ਕਿ ਉਹ ਚੁੰਡੀ ਵੱਢਣ ਵਾਲੀ ਕੋਸ਼ਿਸ਼ ਹੈਗੀ ਹੈ। ਮੁੱਖ ਮੰਤਰੀ ਭਗਵੰਤ ਮਾਨ 2 ਦਿਨਾਂ ਦਿੱਲੀ ਦੌਰੇ 'ਤੇ ਨੇ ਔਰ ਇਹ ਮਸਲਾ ਵੀ ਉੱਥੇ ਚੱਕਣ ਵਾਲੇ ਨੇ ਕਿ ਜਿਹੜਾ MSP ਕਮੇਟੀ ਦੇ ਵਿੱਚੋਂ ਪੰਜਾਬ ਨੂੰ ਕਿਉਂ ਬਾਹਰ ਰੱਖਿਆ ਗਿਆ। ਖੈਰ ਉਹ ਪਤਾ ਲੱਗ ਜਾਏਗਾ, ਜਿਹੜੀ ਆ ਪ੍ਰਧਾਨ ਮੰਤਰੀ ਮੋਦੀ ਉਹਨਾਂ ਨਾਲ ਮੀਟਿੰਗ ਹੋਏਗੀ। ਅਹਿਮ ਮਸਲੇ ਨੇ ਔਰ ਇਹਨਾਂ ਦੇ ਉੱਪਰ ਗੌਰ ਕਰਨ ਦੀ ਜ਼ਰੂਰਤ ਜ਼ਰੂਰ ਹੈਗੀ ਹੈ। ਜੀ ਬਿਲਕੁਲ। ਤੇ ਅਗਲੇ ਕਾਲਰ ਵੀ ਸਾਡੇ ਨਾਲ ਜੁੜ ਕੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਹਾਂਜੀ ਬੰਦੇਰ ਸਾਹਿਬ, ਸਵਾਗਤ ਹੈ ਤੁਹਾਡਾ। ਤੇ ਗੱਲ ਇਹ ਆ ਵੀ ਕਿਸਾਨਾਂ ਨੂੰ ਨਾ ਫਾਇਦਾ ਜਿਵੇਂ ਝੋਨੇ 'ਚ ਨਿਕਲਣਾ ਚਾਹੀਦਾ ਹੈ। ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਵੀ ਜੇ ਪਾਣੀ ਆ ਨਾ, ਪਾਣੀ ਥੱਲੇ ਨਹੀਂ ਜਾਂਦਾ, ਨਾ ਤਾਂ ਪਾਣੀ ਥੱਲੇ ਨਿਕਲ ਜਾਂਦਾ, ਥੱਲੇ ਪਾਣੀ ਜਾਂਦਾ ਨਹੀਂ ਹੈਗਾ, ਪਾਣੀ ਤਾਂ ਹੀ ਮੁੱਕ ਜਾਂਦਾ ਨਾ। ਜੇ ਪਹਿਲੀਆਂ ਫਸਲਾਂ ਤੇ ਆਉਣ, ਕਪਾਹ ਨਰਮੇ ਨੂੰ ਤੇ ਆਉਣ, ਫੇਰ ਪਾਣੀ ਠੀਕ ਰਹੂਗਾ। ਝੋਨੇ ਆਪਾਂ ਲੋੜ ਹੀ ਬੀਜਣ ਦੀ, ਪਹਿਲਾਂ ਫਸਲਾਂ ਬੀਜਣਾ, ਮੂੰਗੀਆਂ ਮਾਂਗੀਆਂ ਜਾਂ ਫਸਲਾਂ ਬੀਜਣਾ ਤਾਂ ਠੀਕ ਰਹੂਗਾ। ਜੀ ਜੀ ਜੀ। ਉਹ ਆਪਾਂ ਕਿਹੜੇ ਭਾਅ ਲੈਂਦੇ, 100 ਰੁਪਏ ਮੁੱਲ ਮਿਲਦੀ ਹੈ ਕਿਲੋ ਆਪਾਂ ਨੂੰ। ਇਹ ਆਪਾਂ ਇਵੇਂ ਟੋਕਰ ਬਸਟਿਆਂ ਦਾ ਖਰਚਾ ਤੇ ਕਿੰਨਾ ਕਰਦੇ, ਕਿੰਨਾ ਦਵਾਈਆਂ ਪੈਂਦੇ, ਰਿਓ ਪੈਂਦਾ, ਪਾਣੀ ਦਾ ਖਰਚਾ ਕਿੰਨਾ ਆਉਂਦਾ। ਮੁਫਤੀ ਬਿਜਲੀ ਕਰਕੇ ਲੋਕ ਕਰੀ ਜਾਂਦੇ ਨੇ, ਜ਼ਮੀਨ ਹੀ ਦੇ ਫਿਰ ਪਾਣੀ ਪੀਣ ਨੂੰ ਮੁੱਕੀ ਜਾਂਦਾ, ਜਾਂ ਸਾਡੇ ਪਾਣੀ ਖਤਮ ਹੋ ਜਾਂਦਾ। ਇਹ ਲੱਗਦਾ ਸੋਚਦੇ ਨਹੀਂ ਆਣ ਗੱਲ ਨੂੰ। ਬਾਕੀ ਜਿਹੜੀ ਗੱਲ ਦੂਜੀ ਆ, ਇਹ ਦੋਨੇ ਵਿਚਾਰੇ ਕੁੜੀਆਂ ਬੰਦੇ ਦੇ ਟੰਗ ਤਾਂ ਬੰਦੇ ਦੀ ਕੀਤੀਆਂ ਨੇ। ਹੁਣ ਅੱਜ ਜਿਹੜੀ ਸਾਡੇ ਛੋਟੀ ਮਰੀ ਆ ਕੁੜੀ, ਉਹ ਵੀ ਬੰਦੇ ਦੀ ਮਾਰੀ ਹੈ। ਆਹ ਕੁੜੀ ਵੀ ਤਾਂ ਕੀਤੀ ਬੰਦੇ ਦੀ ਮਾਰੀ ਹੈ। ਹੁਣ ਇਹ ਕੁੜੀਆਂ ਨੂੰ ਕੀ ਕਹੀਏ, ਮਾੜਾ ਨਹੀਂ ਕਹਿ ਸਕਦੇ ਦੋਹਾਂ 'ਚ। ਬਿਲਕੁਲ। ਦੋਨਾਂ ਜਿੰਨੀ ਖਰਾਬ ਬੱਚਿਆਂ ਦੀ ਹੋਊਗੀ ਦੋਹਾਂ ਦੀ, ਉਧਰਲਿਆਂ ਦੇ ਵੀ ਇਧਰਲਿਆਂ ਦੇ ਵੀ। ਬਿਲਕੁਲ ਜੀ। ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਤਾਂ ਬਲਦੀਪ ਜੀ, ਗੱਲ ਉੱਥੇ ਹੀ ਆ ਜਾਂਦੀ ਹੈ ਕਿ ਭਾਵੇਂ ਆਪਾਂ ਕਿਸਾਨਾਂ ਦੀ ਗੱਲ ਲੈ ਲਈਏ, ਭਾਵੇਂ ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ 7 ਸਮੁੰਦਰ ਪਾਰ ਸਾਡੇ ਬੱਚੇ ਜਾਂਦੇ ਨੇ, ਬਹੁਤ ਵੱਡੇ ਸੁਪਨੇ ਹੁੰਦੇ ਨੇ ਉਹਨਾਂ ਦੇ, ਜਿਹੜੇ ਉੱਥੇ ਜਾ ਕੇ ਉਹਨਾਂ ਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਨੇ, ਪਰ ਉੱਥੇ ਇੰਨੀਆਂ ਜ਼ਿਆਦਾ ਮਿਹਨਤਾਂ ਕਰਨੀਆਂ ਪੈਂਦੀਆਂ ਨੇ ਜਾਂ ਪਰਿਵਾਰਿਕ ਝਗੜੇ ਉੱਥੇ ਇੰਨੇ ਜ਼ਿਆਦਾ ਵੱਧ ਜਾਂਦੇ ਨੇ, ਫਰਸਟ੍ਰੇਸ਼ਨ ਇੰਨੀ ਜ਼ਿਆਦਾ ਹੋ ਜਾਂਦੀ ਹੈ, ਭਾਵੇਂ ਕੰਮ ਨੂੰ ਲੈ ਕੇ ਹੋ ਗਏ ਨਾ। ਕਿਉਂਕਿ ਇੱਥੇ ਪੰਜਾਬ ਦੇ ਵਿੱਚ ਭਾਵੇਂ ਕੁਝ ਵੀ ਹੈ ਪਰ ਥੋੜ੍ਹਾ ਬਹੁਤ ਕਮਾਉਣ ਵਾਲੇ ਵੀ ਆਪਣੇ ਘਰੇ ਰਾਜੇ ਨੇ, ਪਰ ਉੱਥੇ ਘਰ ਦਾ ਕੰਮ ਵੀ ਕਰਨਾ, ਬਾਹਰ ਦਾ ਕੰਮ ਵੀ ਕਰਨਾ, ਬੱਚਿਆਂ ਨੂੰ ਵੀ ਸੰਭਾਲਣਾ, ਹੋਰ ਵੀ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੈ ਨਾ, ਜਿਹੜੀਆਂ ਕਿ ਇਹਨਾਂ ਘਰੇਲੂ ਮਸਲਿਆਂ ਦਾ ਅਹਿਮ ਕਾਰਨ ਬਣਦੀਆਂ ਨੇ। ਪਰ ਇੱਕ ਚੀਜ਼ ਹੋਰ ਹੈ ਜਿਹੜੀ ਵੇਖਣ ਵਾਲੀ ਹੈ, ਜਿਵੇਂ ਕਿ ਹੁਣ ਆਪਾਂ ਕਹਿੰਦੇ ਹਾਂ ਕਿ ਰੁਪਏ ਦੇ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ, ਤਾਂ ਜਿੰਨੀ ਗਿਰਾਵਟ ਆਵੇਗੀ ਉਨੇ ਹੀ ਸਾਡੇ ਜਿਹੜੇ ਇੱਧਰਲੇ ਲੋਕ ਨੇ, ਜਿਵੇਂ ਕਿਸਾਨਾਂ ਨੂੰ ਵੱਧ ਤੰਗ ਪਰੇਸ਼ਾਨ ਕੀਤਾ ਜਾ ਰਿਹਾ, ਆਮ ਲੋਕ ਵੱਧ ਤੰਗ ਪਰੇਸ਼ਾਨ ਹੁੰਦੇ ਨੇ, ਤਾਂ ਉਹ ਕਹਿੰਦੇ ਨੇ ਕਿ ਅਸੀਂ ਆਪਣਾ ਸਭ ਕੁਝ ਵੇਚ ਕੇ ਆਪਣੇ ਬੱਚੇ ਨੂੰ ਬਾਹਰ ਭੇਜ ਦੇਣਾ ਹੈ ਨਾ। ਉਸ ਹਿਸਾਬ ਦੇ ਨਾਲ ਜਿਵੇਂ ਆਪਣਾ ਰੁਪਈਆ ਪੈਸਾ ਤਾਂ ਬਾਹਰ ਜਾਂਦਾ ਹੀ ਹੈ, ਪਰ ਉਹਨਾਂ ਨੂੰ ਲੱਗਦਾ ਵੀ ਅਸੀਂ ਆਪਣੇ ਬੱਚਿਆਂ ਦਾ ਫਿਊਚਰ ਬਣਾਉਣਾ ਹੈ। ਪਰ ਕਈ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਕਿ ਲੋਕ ਕਹਿ ਦਿੰਦੇ ਨੇ ਕਿ ਅਸੀਂ ਆਪਣੇ ਬੱਚਿਆਂ ਤੇ ਜਿਹੜੀਆਂ ਫੀਸਾਂ ਨੇ ਉਹ ਦੇ ਕੇ ਬਾਹਰ ਭੇਜਦੀਆਂ, ਥੋੜੇ ਬਹੁਤ ਟਾਈਮ ਦਾ ਜਿਹੜਾ ਖਰਚਾ ਉਹ ਉਹਨਾਂ ਨੂੰ ਦੇ ਕੇ ਭੇਜਤਾ, ਉਸ ਤੋਂ ਬਾਅਦ ਉਹਨਾਂ ਨੇ ਬੱਚਿਆਂ ਨੂੰ ਕਹਿ ਦਿੱਤਾ ਕਿ ਸਾਡੀ ਜ਼ਿੰਮੇਵਾਰੀ ਤੈਨੂੰ ਟਿਕਟ ਦਵਾ ਕੇ ਜਹਾਜ਼ ਚੜਾਉਣ ਤੱਕ ਸੀ, ਉਦੋਂ ਬਾਅਦ ਤੂੰ ਕਿਵੇਂ ਮਰਜ਼ੀ ਉੱਥੇ ਰਹਿ, ਕਿਵੇਂ ਮਰਜ਼ੀ ਉਹਦਾ ਕਮਾ ਤੇ ਆਪਣਾ ਖਾ। ਕੀ ਇਹ ਚੀਜ਼ ਗਲਤ ਹੈ? ਕਿਉਂਕਿ ਮੈਂ ਪਿਛਲੇ 15-20 ਦਿਨਾਂ ਦੇ ਵਿੱਚ ਅਜਿਹੇ ਕਈ ਕੇਸ ਦੇਖ ਚੁੱਕੀ ਹਾਂ ਜਿਸ ਦੇ ਵਿੱਚ ਕੁੜੀਆਂ ਮੁੰਡਿਆਂ ਨੂੰ ਇਹ ਕਹਿ ਦਿੱਤਾ ਜਾਂਦਾ ਕਿ ਜਿੰਨਾ ਸਾਡੇ ਕੋਲ ਸੀਗਾ ਅਸੀਂ ਤੁਹਾਡੇ ਤੇ ਲਾਤਾ, ਹੁਣ ਤੂੰ ਸਾਡੇ ਤੋਂ ਕੋਈ ਫੀਸ ਨਹੀਂ ਮੰਗਣੀ, ਤੂੰ ਆਪਣਾ ਕੋਈ ਖਰਚਾ ਨਹੀਂ ਮੰਗਣਾ, ਬਸ ਤੂੰ ਉੱਧਰ ਜਾ ਕੇ ਕਮਾਉਣਾ ਹੀ ਹੈ। ਜਿਹੜੇ ਮੁਲਕ ਦੇ ਵਿੱਚ ਅਸੀਂ ਗਏ ਨਹੀਂ, ਜਿਸ ਦੇ ਬਾਰੇ ਸਾਨੂੰ ਪਤਾ ਨਹੀਂ, ਬੱਚੇ ਨੂੰ ਕੰਮ ਮਿਲੇਗਾ ਨਹੀਂ ਮਿਲੇਗਾ, ਰਹਿਣ ਨੂੰ ਸਹੂਲਤਾਵਾਂ ਮਿਲਣਗੀਆਂ ਨਹੀਂ ਮਿਲਣਗੀਆਂ, ਤਾਂ ਉੱਥੇ ਜਾ ਕੇ ਅਜਿਹੇ ਦੇ ਵਿੱਚ ਪ੍ਰੋਪਰ ਸਰਵਾਈਵ ਕਰ ਪਾਉਣਾ ਕਿੰਨਾ ਜ਼ਿਆਦਾ ਮੁਸ਼ਕਿਲ ਹੁੰਦਾ। ਤਾਂ
ਕੀ ਉਹ ਮਾਪੇ ਆਪਣੀ ਜਗ੍ਹਾ ਤੇ ਸਹੀ ਨੇ? ਬਿਲਕੁਲ ਨਵਦੀਪ, ਗੱਲ ਤੁਹਾਡੀ ਬਹੁਤ ਅਹਿਮ ਹੈਗੀ ਹੈ ਕਿ ਇੱਕ ਬੱਚਾ, ਮੇਰੇ ਖਿਆਲ ਅੱਜ ਦੀ ਘੜੀ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਕੋਈ 10ਵੀਂ ਪਾਸ ਕਰਦਾ ਬੱਚਾ, ਕੋਈ +2 ਪਾਸ ਕਰਦਾ, ਮੇਰੇ ਖਿਆਲ ਬੈਚਲਰਸ ਕਰਕੇ ਤਾਂ ਬਹੁਤ ਘੱਟ ਜਾਂਦੇ ਹੋਣਗੇ, ਮਾਸਟਰਸ ਦੇ ਲਈ ਜ਼ਿਆਦਾ ਜਿਹੜੇ ਬੱਚੇ ਜਾਂਦੇ ਨੇ ਉਹ 10ਵੀਂ ਜਾਂ 12ਵੀਂ ਕਰਕੇ ਆਈਲੈਟਸ ਕਰਨ ਤੋਂ ਬਾਅਦ ਉਹ ਅਬਰੋਡ ਦਾ ਟਰਾਈ ਕਰਦੇ ਨੇ। ਬਿਲਕੁਲ। ਹੁਣ 10ਵੀਂ ਜਾਂ 12ਵੀਂ ਦਾ ਬੱਚਾ ਅਗਰ ਗੱਲ ਕਰੀਏ ਤਾਂ ਜ਼ਿਆਦਾਤਰ ਉਮਰ ਉਸਦੀ 18 ਸਾਲ ਦੇ ਏਜ ਹੋਏਗੀ ਉਸਦੀ, ਔਰ 18 ਤੁਸੀਂ ਇਹ ਦੇਖੋ ਕਿ 18 ਸਾਲ ਦੀ ਏਜ ਦੇ ਵਿੱਚ ਉਸਨੂੰ ਦੁਨੀਆ ਦੇ ਬਾਰੇ ਕਿੰਨਾ ਕੁ ਪਤਾ ਹੈ। ਹਾਲਾਂਕਿ ਇਹ ਤੱਥ ਵੀ ਹੈ ਕਿ ਉਮਰ ਜਿਹੜੀ ਸੈਟਲ ਹੋਣ ਦੀ ਹੁੰਦੀ ਹੈ ਜਾਂ ਕੰਮ ਕਰਨ ਦੀ ਹੁੰਦੀ ਹੈ ਜਾਂ ਐਕਸਲ ਕਰਨ ਦੀ ਹੁੰਦੀ ਹੈ, ਉਹ ਇਹੀ ਹੁੰਦੀ ਹੈ 18 ਸਾਲ 25 ਸਾਲ 30 ਸਾਲ ਤੱਕ ਤੁਸੀਂ ਬਹੁਤ ਵਧੀਆ ਆਪਣਾ ਕਰੀਅਰ ਨੂੰ ਸੈਟਲ ਕਰ ਸਕਦੇ ਹੋ, ਉਸ ਤੋਂ ਬਾਅਦ ਲਾਈਫ ਸਮੂਥ ਹੋ ਸਕਦੀ ਹੈ। ਬਟ ਦੂਜਾ ਇਹਦਾ ਪੱਖ ਇਹ ਵੀ ਹੈ ਕਿ 18 ਸਾਲ ਦੇ ਬੱਚੇ ਨੂੰ ਦੁਨੀਆ ਦੀ ਸਮਝ ਕਿੰਨੀ ਕੁ ਹੈਗੀ ਹੈ, ਕਿਉਂਕਿ ਅਗਰ ਇੱਕ 18 ਸਾਲ ਦਾ ਬੱਚਾ ਆਪਣੀ ਪੇਰੈਂਟਸ ਦੀ ਨਿਗਰਾਨੀ ਦੇ ਵਿੱਚ ਰਹਿ ਕੇ ਜਾਂ ਇੱਕ ਚੰਗੇ ਮਾਹੌਲ ਦੇ ਵਿੱਚ ਰਹਿ ਕੇ ਆਪਣੇ ਆਪ ਦਾ ਕੁਝ ਸੈਟਲਮੈਂਟ ਕਰਦਾ ਹੈਗਾ, ਡੈਫੀਨੇਟਲੀ ਉਸ ਚੀਜ਼ ਦਾ ਅਸਰ ਵੱਖਰਾ ਹੁੰਦਾ। ਪਰ ਮੈਂ ਇਹ ਨਹੀਂ ਕਹਿੰਦਾ ਕਿ ਬਾਹਰ ਜਾ ਕੇ ਸਾਰੇ ਹੀ ਬੱਚੇ ਜਿਹੜੇ ਨੇ ਉਹ ਮਤਲਬ ਖਰਾਬ ਹੋ ਜਾਂਦੇ ਨੇ ਜਾਂ ਉਹਨਾਂ ਨਾਲ ਮਾੜੀ ਬੀਤਦੀ ਹੈਗੀ ਹੈ ਜਾਂ ਉਹਨਾਂ ਲਈ ਟਫ ਟਾਈਮ ਹੁੰਦਾ ਹੈਗਾ। ਬਹੁਤ ਸਾਰੇ ਐਗਜ਼ਾਮਪਲਾਂ ਹੈਗੀਆਂ ਨੇ। ਇੱਕ ਵੱਡਾ ਭਾਈਚਾਰਾ ਸਾਡਾ ਬਾਹਰ ਬੈਠਾ ਹੈਗਾ, ਬਹੁਤ ਨੌਜਵਾਨ ਜਿਹੜੇ ਬਾਹਰ ਬੈਠੇ ਨੇ ਉਹ ਇਸੇ ਉਮਰ 'ਚ ਜਾ ਕੇ ਸੈਟਲ ਵੀ ਹੋਏ ਨੇ। ਪਰ ਇੱਕ ਚੈਲੰਜ ਜ਼ਰੂਰ ਹੁੰਦਾ, ਕਿਉਂਕਿ ਹਰ ਬੰਦਾ ਮਾਨਸਿਕ ਤੌਰ 'ਤੇ ਕਿੰਨਾ ਕੁ ਤਿਆਰ ਹੈ, ਹਰ ਬੱਚਾ ਮਾਨਸਿਕ ਤੌਰ 'ਤੇ ਕਿੰਨਾ ਕੁ ਤਿਆਰ ਹੈ, ਕਿੰਨੀ ਕੁ ਫਾਈਟ ਕਰ ਸਕਦਾ ਉਹ ਉੱਥੇ ਦੇ ਹਾਲਾਤਾਂ ਦੇ ਨਾਲ। ਇਹ ਚੀਜ਼ ਬੜੀ ਡਿਫਰ ਕਰਦੀ ਹੈ, ਪਰਸਨ ਟੂ ਪਰਸਨ ਡਿਫਰ ਕਰਦੀ ਹੈ। ਕਈ ਬੱਚੇ ਬਹੁਤ ਵਧੀਆ ਐਕਸਲ ਕਰ ਜਾਂਦੇ ਨੇ, ਕਈ ਬੱਚੇ ਕਈ ਵਾਰ ਥੋੜ੍ਹਾ ਮਹਿਸੂਸ ਕਰਦੇ ਨੇ ਕਿ ਟਫ ਹੈਗਾ, ਮਤਲਬ ਲਾਈਫ ਟਫ ਹੈਗੀ ਹੈ, ਬੱਚੇ ਸਾਨੂੰ ਪੇਰੈਂਟਸ ਨੇ ਇੱਧਰ ਬਾਹਰ ਭੇਜਤਾ ਹੈਗਾ ਤਾਂ ਇੱਥੇ ਕਿਸ ਤਰੀਕੇ ਨਾਲ ਸਰਵਾਈਵਲ ਹੋਏਗਾ, ਜਾਂ ਸ਼ਾਇਦ ਉਹਨਾਂ ਨੂੰ ਕੋਈ ਹੋਰ ਦਿੱਕਤ ਆਉਂਦੀ ਹੈ ਹੁਣ ਉਸ ਮੁਲਕ ਦੇ ਵਿੱਚ, ਜੋ ਕੰਮ ਦੀ ਜਾਂ ਕਿਸੇ ਵੀ ਤਰੀਕੇ ਦੀ ਉਹ ਦਿੱਕਤ ਹੋ ਸਕਦੀ ਹੈ। ਇਸ ਤੋਂ ਇਲਾਵਾ ਪਰਸਨਲ ਉਹਨਾਂ ਦੇ ਮੈਟਰਸ ਵੀ ਹੋ ਸਕਦੇ ਨੇ। ਬਟ ਟੈਨਸ਼ਨਸ ਕਿ ਸਾਡੇ ਮਾਂ-ਬਾਪ ਨੇ ਕਰਜ਼ਾ ਲੈ ਕੇ ਸਾਨੂੰ ਭੇਜਿਆ ਸੀ, ਉਹ ਕਰਜ਼ਾ ਵੀ ਲਾਉਣਾ ਹੈਗਾ, ਉਹ ਦਿਮਾਗ ਤੇ ਵੀ ਕਿਤੇ ਨਾ ਕਿਤੇ ਇੱਕ ਗੱਲ ਹਮੇਸ਼ਾ ਜਿਹੜੀ ਹੈ ਰਹਿੰਦੀ ਹੈਗੀ ਹੈ, ਉਹ ਉਸ ਦਾ ਪ੍ਰੈਸ਼ਰ ਵੀ ਹੁੰਦਾ ਹੈਗਾ। ਸੋ ਇਹ ਚੀਜ਼ਾਂ ਜ਼ਰੂਰ ਹੈਗੀਆਂ ਨੇ। ਇਸ ਦੇ ਨਾਲ ਹੀ ਦੂਜੀ ਚੀਜ਼ ਇਹ ਹੈਗੀ ਆ ਜਿਹੜੀ ਤੁਸੀਂ ਪੁਆਇੰਟ ਰੇਜ਼ ਕੀਤਾ ਕਿ ਪੇਰੈਂਟਸ ਨੇ ਜਿਹੜੇ ਉਹ ਕਹਿੰਦੇ ਨੇ ਕਿ ਇੱਕ ਵਾਰ ਖਰਚਾ ਦੇ ਕੇ ਭੇਜਦਾ, ਹੁਣ ਅੱਗੇ ਤੂੰ ਕਮਾ ਕੇ ਸਾਨੂੰ ਭੇਜਣਾ। ਉਹ ਕਿਤੇ ਨਾ ਕਿਤੇ ਜ਼ਿੰਮੇਵਾਰੀ ਜਿਹੜੀ ਹੈ ਉਹ ਬੱਚਿਆਂ ਤੇ ਪੈ ਜਾਂਦੀ ਹੈ। ਔਰ ਪੇਰੈਂਟਸ ਨੂੰ ਵੀ ਇਹ ਦੇਖਣਾ ਚਾਹੀਦਾ ਕਿ 18 ਸਾਲ ਉਮਰ ਕੁਛ ਨਹੀਂ ਹੁੰਦੀ। ਅਗਰ ਕੋਈ +2 ਕਰਕੇ ਜਾਂਦਾ, 18 ਸਾਲ ਉਮਰ ਕੁਛ ਨਹੀਂ ਹੁੰਦੀ। ਉਸਨੇ ਦੁਨੀਆ 'ਚ ਹਲੇ ਐਕਸਪਲੋਰ ਕਰਨਾ, ਦੁਨੀਆ ਨੂੰ, ਆਪਣੇ ਆਲੇ ਦੁਆਲੇ ਕਿਸ ਤਰੀਕੇ ਦੀ ਦੁਨੀਆ ਹੈਗੀ ਹੈ ਉਸ ਚੀਜ਼ ਨੂੰ ਦੇਖਣਾ, ਔਰ ਉਸ ਦੇ ਵਿੱਚ ਹੀ ਆਪਣੇ ਆਪ ਨੂੰ ਸੈਟਲ ਵੀ ਕਰਨਾ। ਮਤਲਬ ਉਹ ਦੋਹਰੀ ਲੜਾਈ ਲੜ ਰਿਹਾ ਹੁੰਦਾ ਉਸ ਟਾਈਮ 'ਤੇ। ਉਹ ਮਾਨਸਿਕ ਤੌਰ 'ਤੇ ਕਹਿ ਲਈਏ ਆਪਾਂ ਕਿ ਆਪਣੇ ਆਲੇ ਦੁਆਲੇ ਲੋਕਾਂ ਨੂੰ ਦੇਖਦਾ ਹੈ, ਔਰ ਦੂਜੇ ਪਾਸੇ ਆਪਣੇ ਆਪ ਨੂੰ ਫਾਈਨੈਂਸ਼ੀਅਲੀ ਉੱਥੇ ਸੈੱਟ ਕਰਨਾ ਹੈਗਾ, ਅਤੇ ਫਾਈਨੈਂਸ਼ੀਅਲੀ ਪਿੱਛੇ ਵੀ ਦੇਖਣਾ ਹੈਗਾ ਕਿ ਮੇਰੇ ਮਾਂ ਪਿਓ ਨੇ ਮੈਨੂੰ ਇੰਨੇ ਪੈਸਾ ਲਾ ਕੇ ਭੇਜਿਆ ਸੀਗਾ ਅਤੇ ਮੈਂ ਉਹਨਾਂ ਨੂੰ ਵੀ ਪੇ ਬੈਕ ਕੁਛ ਨਾ ਕੁਛ ਕਰਨਾ ਹੈਗਾ। ਸੋ ਉਹ ਇਸ ਤਰੀਕੇ ਦੀ ਅਪਰੋਚ ਤਾਂ ਨਹੀਂ ਹੋਣੀ ਚਾਹੀਦੀ ਕਿ ਤੈਨੂੰ ਅਸੀਂ ਉੱਥੇ ਭੇਜਤਾ ਹੈਗਾ ਅਤੇ ਉਸ ਤੋਂ ਬਾਅਦ ਸਾਡਾ ਕੋਈ ਜ਼ਿੰਮੇਵਾਰੀ ਬਣਦੀ ਨਹੀਂ ਹੈਗੀ। ਇਹ ਅਪਰੋਚ ਤਾਂ ਇਹ ਗਲਤ ਹੈਗੀ ਹੈ, ਇੱਦਾਂ ਨਹੀਂ ਹੋਣਾ ਚਾਹੀਦਾ। ਮੇਰੇ ਖਿਆਲ ਜ਼ਿਆਦਾਤਰ ਪੰਜਾਬ ਦੇ ਮਾਪੇ ਤਾਂ ਸ਼ਾਇਦ ਇੱਦਾਂ ਨਹੀਂ ਕਰਦੇ। ਅਸੀਂ ਆਪਣੇ ਪੇਰੈਂਟਸ ਦੇ ਨਾਲ ਜ਼ਿਆਦਾ ਅਟੈਚ ਹੁੰਦੇ ਆ, ਜਾਂ ਪੇਰੈਂਟਸ ਆਪਣੇ ਬੱਚਿਆਂ ਨਾਲ ਜ਼ਿਆਦਾ ਅਟੈਚ ਹੁੰਦੇ ਨੇ। ਸੋ ਸਮੱਸਿਆਵਾਂ ਜ਼ਰੂਰ ਹੈਗੀਆਂ ਨੇ, ਬਟ ਉਹਨਾਂ ਦਾ ਅਲਟਰਨੇਟ ਲੱਭਣਾ, ਉਹਨਾਂ ਦੇ ਉੱਪਰ ਕਾਬੂ ਪਾਉਣਾ ਹੀ ਸਭ ਤੋਂ ਵਧੀਆ ਗੱਲ ਹੈ। ਜੀ ਬਿਲਕੁਲ। ਤੇ ਅਗਲੇ ਕਾਲਰ ਵੀ ਸਾਡੇ ਨਾਲ ਜੁੜ ਕੇ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਸਤਿ ਸ੍ਰੀ ਅਕਾਲ ਜੀ, ਲਾਲ ਸਿੰਘ ਬੋਲਦਾ ਜੀ ਬਟਲਾਡੇ ਤੋਂ। ਜੀ ਲਾਲ ਸਿੰਘ ਜੀ, ਸਵਾਗਤ ਹੈ ਤੁਹਾਡਾ। ਮੈਂ ਲੇਟ ਤੁਰਿਆ ਜੀ, ਕੀ ਵਿਸ਼ੇ ਨੂੰ ਲੈ ਕੇ ਚੱਲ ਰਿਹਾ ਜੀ ਪ੍ਰੋਗਰਾਮ? ਆਪਾਂ ਸਾਰੇ ਹੀ ਰਲਵੇਂ ਮਿਲਵੇਂ ਵਿਸ਼ੇ ਲੈਂਦੇ ਆ ਜੀ। ਖਾਸ ਕਰਕੇ ਜਿਹੜੀ ਪਹਿਲੀ ਗੱਲ ਕੀਤੀ ਸੀ ਕਿ ਕਿਸਾਨਾਂ ਨੂੰ ਪੰਜਾਬ ਸਰਕਾਰ ਨੇ 5-5 ਲੱਖ ਰੁਪਇਆ ਮੁਆਵਜ਼ਾ ਦੇਣ ਦੀ ਗੱਲ ਕੀਤੀ ਹੈ, ਜਿਹੜੇ ਕਿਸਾਨੀ ਸੰਘਰਸ਼ ਦੇ ਦੌਰਾਨ ਸ਼ਹਾਦਤਾਂ ਪਾ ਗਏ ਸੀ। ਤੇ ਉਸ ਤੋਂ ਬਾਅਦ ਜਿਹੜੀ ਲੜਕੀ ਨਿਊਯਾਰਕ ਦੇ ਰਿਚਮੰਡ ਹਿੱਲ ਏਰੀਏ ਦੇ ਵਿੱਚ ਜਿਨ੍ਹਾਂ ਨੇ, ਮਨਦੀਪ ਕੌਰ ਨੇ ਖੁਦਕੁਸ਼ੀ ਕੀਤੀ ਹੈ ਆਪਣੇ ਸਹੁਰਾ ਪਰਿਵਾਰ ਤੋਂ ਤੇ ਪਤੀ ਤੋਂ ਤੰਗ ਆ ਕੇ, ਉਹਨਾਂ ਬਾਰੇ ਵੀ ਗੱਲਬਾਤ ਹੋ ਰਹੀ ਹੈ। ਤੇ ਬਾਕੀ ਬੱਚਿਆਂ ਨੂੰ ਵਿਦੇਸ਼ਾਂ ਦੇ ਵਿੱਚ ਭੇਜਣ ਦੀਆਂ ਗੱਲਾਂ ਵੀ ਹੋ ਰਹੀਆਂ ਨੇ ਕਿ ਕਿਹੜੀਆਂ ਮੁਸੀਬਤਾਂ ਦਾ ਉਹ ਵਿਚਾਰੇ ਸਾਹਮਣਾ ਕਰਨਾ ਪੈਂਦਾ ਇਹਨਾਂ ਨੂੰ। ਚਲੋ ਉਹਦਾ ਪੰਜਾਬ ਸਰਕਾਰ ਦਾ ਧੰਨਵਾਦ ਬਣਦਾ ਜੀ, ਜਿਹੜਾ 5-5 ਲੱਖ ਰੁਪਇਆ ਦਿੱਤਾ। ਤੇ ਅਗਲੀ ਗੱਲ, ਜਿਹੜਾ ਸਾਡਾ ਮਾਲਵਾ ਏਰੀਆ, ਜਿਹੜੇ ਵਿਚਾਰੇ, ਜਿਹੜੇ ਦੇ ਕਿਸਾਨ ਨੇ ਸੋਚਣਾ ਸੀਗਾ ਵੀ ਮੈਂ
ਫਸਲ ਵੇਚ ਕੇ, ਨਰਮਾ ਵੇਚ ਕੇ ਬੇਟੀ ਦਾ ਵਿਆਹ ਕਰਨਾ, ਬੇਟੇ ਦਾ ਵਿਆਹ ਕਰਨਾ ਜਾਂ ਕੁਛ ਹੋਰ ਕਰਨਾ, ਘਰ ਦੀ ਮੁਰੰਮਤ ਕਰਵਾਉਣੀ ਆ, ਉਹ ਵਿਚਾਰਿਆਂ ਨੇ ਨਰਮਾ ਵੱਟੀ, ਸਾਰਾ ਨਰਮਾ ਬਾਹਰ ਆਏ ਨੇ ਵਿਚਾਰੇ, ਅੱਗੇ ਝੋਨਾ ਤਾਂ ਕੀ ਲੱਗਣਾ, ਉਹ ਵਿਚਾਰੇ ਕੁਛ ਹੋਰ ਵੀ ਨਹੀਂ ਕਰਨੇ, ਅੱਗੇ ਕਾਸਤ ਹੋਣੀ ਹੈ, ਕਣਕ ਦੀ ਹੋਣੀ ਆ। ਪੰਜਾਬ ਦੇ ਮੁੱਖ ਮੰਤਰੀ ਨੂੰ ਮੈਂ ਆਪਦੇ ਮਾਧਿਅਮ ਬੇਨਤੀ ਕਰਦਾ ਵੀ ਉਹਨਾਂ ਬਾਰੇ ਵੀ ਸੋਚਣ, ਜਿਹੜੇ ਫਾਲਤੂ ਪੈਸਾ ਖਰਾਬ ਕਰੀ ਜਾ ਰਹੇ ਨੇ, ਜਿਵੇਂ ਇਸ਼ਤਿਹਾਰਾਂ ਤੇ 38 ਕਰੋੜ ਰੁਪਇਆ ਹੋ ਗਿਆ, ਕਣਕ ਤੋਂ ਆਟਾ ਦੇਣਾ 500 ਕਰੋੜ ਰੁਪਇਆ ਉਹਦੇ ਵਾਸਤੇ ਰੱਖਣਾ, ਕਿਰਪਾ ਕਰਕੇ ਇਹੋ ਜਿਹਾ ਪੈਸਾ ਰਾਹਤ ਫੰਡ ਦੇ ਵਿੱਚ ਕਨਵਰਟ ਕੀਤਾ ਜਾਵੇ, ਕਨਵਰਟ ਕਰਕੇ ਉਹ ਜਿਹੜੇ ਕਿਸਾਨਾਂ ਦਾ ਨੁਕਸਾਨ ਹੋ ਗਿਆ ਭਰਪਾਈ ਕੀਤੀ ਜਾਵੇ। ਤੇ ਅਗਲੀ ਗੱਲ, ਜਿੱਥੋਂ ਕਿਸਾਨ ਬੀਟੀ ਲੈ ਕੇ ਆਇਆ, ਕਿਹੜੀ ਥਾਂ ਤੋਂ ਲੈ ਕੇ ਆ ਕੇ ਕਿਹੜੀ ਕੰਪਨੀ ਨੇ ਉਹਨਾਂ ਨੂੰ ਦਿੱਤਾ, ਉਹਨਾਂ ਤੇ ਵੀ ਕਾਰਵਾਈ ਕੀਤੀ ਜਾਵੇ, ਤਾਂ ਕਿਸਾਨੀ ਬਚੂਗੇ। ਨਹੀਂ ਆਉਣ ਵਾਲੇ ਸਮੇਂ ਵਿੱਚ ਕਿਸਾਨੀ ਨਹੀਂ ਬਚਣਾ ਤੇ ਖੁਦਕੁਸ਼ੀਆਂ ਨੂੰ ਠੱਲ ਇਹਦੇ ਕਰਕੇ ਪੈਣੀਆਂ। ਉਹ ਕਰਕੇ ਕਿਸਾਨ ਦਾ ਮਾਫ ਨਹੀਂ ਕੀਤਾ ਜਾ ਰਿਹਾ, ਵੱਡੇ ਧਨਾਟਾਂ ਦੇ ਕਰਕੇ ਮਾਫ ਕੀਤੇ ਜਾਂਦੇ ਨੇ। ਮੈਂ ਮਾਨਯੋਗ ਭਗਵੰਤ ਮਾਨ ਤੇ ਸ਼ੱਕ ਨਹੀਂ ਕਰਦਾ, ਪਰ ਪੈਸਾ ਜਿਹੜਾ ਉਹ ਤੇਜ਼ੇ ਤਰੀਕੇ ਨਾਲ ਲਟਾਇਆ ਜਾ ਰਿਹਾ। ਇਹੀ ਕਿ ਮਿਨਿਸਟਰ ਬਣਾਏ ਨੇ ਵਿੱਚ ਜਿਹੜੇ ਕਹਿੰਦੇ ਇਹੋ ਜਿਹੇ ਬੀਜ ਦੇਵਾਂਗੇ, ਗੰਨੇ ਦਾ 100 ਕੁਆਂਟਲ ਝਾੜ ਨਿਕਲਿਆ ਕਰੂਗਾ, 400-400 ਕੁਆਂਟਲ ਤਾਂ ਪਹਿਲੀ ਨਿਕਲਦਾ। ਇਹ ਜਿਹਾ ਕਰਕੇ ਸੋਚਣ ਦੇ ਵਿੱਚ ਨੇ, ਚਲੋ ਟਾਈਮ ਲੱਗਣਾ ਜਾਂ ਨਾ ਲੱਗਣਾ, ਇਹਦਾ ਗੱਲਾਂ ਵੱਲ ਧਿਆਨ ਜ਼ਰੂਰ ਦੇਣਾ ਚਾਹੀਦਾ। ਜੀ ਬਹੁਤ ਬਹੁਤ ਧੰਨਵਾਦ ਦਾਲ ਸਿੰਘ ਜੀ, ਤੁਸੀਂ ਸਾਡੇ ਨਾਲ ਜੁੜੇ। ਤਾਂ ਜਦੋਂ ਵੀ ਇਹ ਗੱਲ ਛਿੜਦੀ ਹੈ ਤਾਂ ਮਾਲਵਾ ਪੱਟੀ ਵਾਲਿਆਂ ਦੀ ਗੱਲ ਛਿੜਦੀ ਹੈ, ਖਾਸ ਕਰਕੇ ਜਿਹੜੇ ਨਰਮਾ ਜਿੱਥੇ ਜਿੱਥੇ ਹੁੰਦਾ, ਤਾਂ ਮੌਸਮ ਦੀ ਤਬਦੀਲੀ ਦੇ ਨਾਲ ਗੱਲ ਕਰ ਲਈਏ ਜਾਂ ਫਿਰ ਲਗਾਤਾਰ ਨਕਲੀ ਬੀਜ ਜਿਹੜੇ ਆ ਰਹੇ ਨੇ, ਰੇਹਾਂ ਸਪਰੇਹਾਂ ਜਿਹੜੀਆਂ ਨਕਲੀ ਆ ਰਹੀਆਂ ਨੇ, ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਉੱਥੋਂ ਦੇ ਕਿਸਾਨਾਂ ਦੀ ਖੇਤੀਬਾੜੀ ਕਿਹੋ ਜਿਹੀ ਹੈ, ਕਿਵੇਂ ਕਿਵੇਂ ਉਹਨਾਂ ਦੇ ਹਾਲਾਤ ਨੇ, ਕਿੱਥੋਂ ਕਿੱਥੋਂ ਆੜ੍ਹਤੀਆਂ ਤੋਂ ਕਰਜ਼ਾ ਲੈ ਲੈ ਕੇ, ਬੈਂਕ ਤੋਂ ਕਰਜ਼ਾ ਲੈ ਲੈ ਕੇ ਉਹ ਬੀਜ ਖਰੀਦਦੇ ਨੇ, ਰੇਹਾਂ ਸਪਰੇਹਾਂ ਖਰੀਦਦੇ ਨੇ, ਪਰ ਜਦੋਂ ਉਹਨਾਂ ਨੂੰ ਆਪਣੀ ਪੁੱਤਾਂ ਵਾਂਗ ਪਾਲੀ ਹੋਈ ਜਿਹੜੀ ਫਸਲ ਹੈ ਉਹ ਵਾਹੁਣੀ ਪੈ ਜਾਂਦੀ ਹੈ ਤਾਂ ਇਹ ਸਿਰਫ ਦਰਦ ਉਹੀ ਜਾਣਦੇ ਨੇ ਜਿਨ੍ਹਾਂ ਦੇ ਨਾਲ ਇਹ ਬੀਤਦੀ ਹੈ। ਤਾਂ ਸਮੇਂ ਦੀਆਂ ਸਰਕਾਰਾਂ ਉਹਨਾਂ ਦੀ ਮਦਦ ਕਰਨ ਲਈ ਨਹੀਂ ਪਹੁੰਚਦੀਆਂ। ਜਿਵੇਂ ਲਾਲ ਸਿੰਘ ਜੀ ਨੇ ਕਿਹਾ ਕਿ ਮੁਆਵਜ਼ਾ ਮਿਲਦਾ, ਇਹ ਨਹੀਂ ਹੈ ਵੀ ਸਰਕਾਰਾਂ ਮੁਆਵਜ਼ਾ ਨਹੀਂ ਦਿੰਦੀਆਂ, ਪਰ ਮੁਆਵਜ਼ਾ ਉਹ ਲੋਕ ਲੈ ਜਾਂਦੇ ਨੇ ਜਿਹੜੇ ਧਨਾੜ ਹੁੰਦੇ ਨੇ, ਕਿ ਕਈ ਵਾਰੀ ਮੁਆਵਜ਼ਾ ਉਹ ਲੋਕ ਲੈ ਜਾਂਦੇ ਨੇ ਜਿਨ੍ਹਾਂ ਦੀ ਨਰਮੇ ਦੀ ਫਸਲ ਬੀਜੀ ਹੋਈ ਨਹੀਂ ਹੁੰਦੀ, ਖੇਤ 'ਚ ਇੰਨੀ ਜੀਰੀ ਖੜੀ ਹੁੰਦੀ ਆ, ਪਰ ਫਿਰ ਵੀ ਉਹ ਗੱਲਬਾਤ ਕਰਕੇ, ਹਨਾ, ਜਿਵੇਂ ਜਿਵੇਂ ਗਿਰਦਾਵਰੀ ਹੁੰਦੀ ਹੈ ਉਹਦੇ ਸਾਰੇ ਨਾਲ ਗੱਲਬਾਤ ਕਰਕੇ ਕਿ ਉਹ ਆਪਣੀ ਹੀ ਜ਼ਮੀਨਾਂ ਜਾਇਦਾਦਾਂ ਦੀ ਜਿਹੜੀ ਗਾਇਕੀ ਹੈ ਮੁਆਵਜ਼ਾ ਉਹ ਲੈ ਜਾਂਦੇ ਨੇ। ਤਾਂ ਹੁਣ ਵਾਕਿਆ ਹੀ ਪੰਜਾਬ ਸਰਕਾਰ ਨੂੰ ਉਹਨਾਂ ਕਿਸਾਨਾਂ ਦੀ ਬਾਂਹ ਫੜਨ ਦੀ ਬੇਹੱਦ ਜ਼ਰੂਰਤ ਹੈ, ਕਿਉਂਕਿ ਹਾਲੇ ਤੱਕ ਉਹਨਾਂ ਕਿਸਾਨਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ। ਉਹਨਾਂ ਦੇ ਲਈ ਤਾਂ ਇੱਕ ਮਿੰਟ ਟਪਾਉਣਾ ਵੀ ਬੜਾ ਔਖਾ, ਜਿਹੜੇ ਪੰਜਾਬ ਸਰਕਾਰ ਵੱਲ ਦੇਖ ਰਹੇ ਨੇ ਕਿ ਸਰਕਾਰ ਸਾਡੀ ਮਦਦ ਕਿਵੇਂ ਕਰੇਗੀ। ਬਿਲਕੁਲ ਨਵਦੀਪ, ਤੁਸੀਂ ਜ਼ਿਕਰ ਕੀਤਾ, ਸਾਡੇ ਕਾਲਰ ਵੀ ਜ਼ਿਕਰ ਕਰ ਰਹੇ ਸੀ ਕਿ ਉਹ ਲੋਕ ਮੁਆਵਜ਼ਾ ਲੈ ਜਾਂਦੇ ਨੇ ਜਿਹੜੇ ਹੱਕਦਾਰ ਨਹੀਂ ਹੁੰਦੇ ਉਸ ਚੀਜ਼ ਦੇ। ਔਰ ਜਿਹੜੀ ਇਹ ਗੱਲ ਹੈ, ਇਸ ਚੀਜ਼ ਨੂੰ ਐਡਰੈਸ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਉਹਨਾਂ ਨੇ ਵੀ ਕੀਤਾ ਹੈਗਾ, ਭਗਵੰਤ ਮਾਨ ਉਹਨਾਂ ਨੇ, ਜਿਹੜਾ ਆਟਾ ਦਾਲ ਸਕੀਮ ਦੀ ਗੱਲ ਹੈਗੀ ਆ, ਉਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਉਹਨਾਂ ਲੋਕਾਂ ਨੇ ਕਾਰਡ ਬਣਾਏ ਹੋਏ ਨੇ ਜਿਹੜੇ ਮਤਲਬ ਆਪਣੇ ਘਰ ਦੇ ਵਿੱਚ ਠੀਕ ਠਾਕ ਨੇ, ਵਧੀਆ ਨੇ, ਹੈਂਡਲ ਕਰ ਸਕਦੇ ਨੇ, ਫਾਈਨੈਂਸ਼ੀਅਲੀ ਸਟਰੋਂਗ ਨੇ, ਉਹ ਵੀ ਜਿਹੜਾ ਉਹ ਉਸ ਸਕੀਮ ਦਾ ਲਾਭ ਚੱਕ ਰਹੇ ਨੇ, ਜਦੋਂ ਕਿ ਜਿਹੜੀ ਗਰੀਬੀ ਰੇਖਾ ਤੋਂ ਹੇਠਾਂ ਜਿਹੜੇ ਪਰਿਵਾਰ ਨੇ ਉਹਨਾਂ ਦੇ ਲਈ ਇਹ ਸਕੀਮ ਬਣਾਈ ਹੋਈ ਆ। ਤੋ ਭਗਵੰਤ ਮਾਨ ਉਹਨਾਂ ਨੇ ਇਸ ਗੱਲ ਦੇ ਉੱਪਰ ਇਹ ਜ਼ਿਕਰ ਕੀਤਾ ਕਿ ਉਹਨਾਂ ਨੂੰ ਉਹ ਜਿਹੜਾ ਇਸ ਚੀਜ਼ ਤੋਂ ਹਟਾਉਣ ਦੇ ਲਈ ਜਾਂ ਕਾਬੂ ਕਰਨ ਦੇ ਲਈ ਜਿਹੜੇ ਲੋਕ ਇਸ ਦਾ ਨਜਾਇਜ਼ ਫਾਇਦਾ ਚੱਕਦੇ ਨੇ, ਅਸੀਂ ਇਹ ਕਰਾਂਗੇ ਕਿ ਜਿਹੜਾ ਅਸੀਂ ਘਰ ਘਰ ਜਾ ਕੇ ਆਟਾ ਦਾਲ ਜਿਹੜਾ ਉਹ ਪਹੁੰਚਾਵਾਂਗੇ, ਤਾਂ ਉਸ ਦੇ ਨਾਲ ਕੀ ਹੋਏਗਾ, ਜਦੋਂ ਆਟਾ ਦਾਲ ਕਿਸੇ ਚੰਗੇ ਵਧੀਆ ਕੋਠੀ ਦੇ ਸਾਹਮਣੇ ਉਹ ਦੇਣ ਪਹੁੰਚਣਗੇ ਤਾਂ ਕਿਤੇ ਨਾ ਕਿਤੇ ਆਪੇ ਹੀ ਉਸ ਚੀਜ਼ ਨੂੰ ਰਿਜੈਕਟ ਕਰਨ ਦੀ ਕੋਸ਼ਿਸ਼ ਕਰਨਗੇ। ਹੁਣ ਦੇਖਣਾ ਇਹ ਆ ਵੀ ਇਹ ਕਿੰਨਾ ਕਾਮਯਾਬ ਹੁੰਦਾ ਹੈ ਜਾਂ ਨਹੀਂ ਹੁੰਦਾ। ਲੋਕ ਵਾਕਈ ਸਿੱਧੇ ਸ਼ਬਦਾਂ 'ਚ ਕਹਿ ਲਈਏ ਤਾਂ ਭਗਵੰਤ ਮਾਨ ਉਹਨਾਂ ਦਾ ਕਹਿਣਾ ਇਹ ਹੈ ਕਿ ਉਹਨਾਂ ਲੋਕਾਂ ਨੂੰ ਕਿਤੇ ਨਾ ਕਿਤੇ ਸ਼ਰਮ ਜ਼ਰੂਰ ਆਏਗੀ ਕਿ ਅਸੀਂ ਫ੍ਰੀ ਦਾ, ਉੱਦਾਂ ਅਸੀਂ ਪਿੰਡ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਅਸੀਂ ਸਾਡਾ ਬੜਾ ਨਾਮ ਹੈ, ਪਰ ਅਸੀਂ ਫ੍ਰੀ ਦੀ ਚੀਜ਼ ਦਾ ਜਿਹੜਾ ਉਹ ਸਰਕਾਰ ਦਾ ਲਾਭ ਉਠਾ ਰਹੇ ਆ, ਜਿਹੜੇ ਕਿ ਆਮ ਗਰੀਬ ਲੋਕਾਂ ਦੇ ਲਈ ਜਿਹੜੇ ਗਰੀਬੀ ਰੇਖਾ ਤੋਂ ਥੱਲੇ ਨੇ। ਖੈਰ ਇਹ ਦੇਖਣਾ ਹੋਏਗਾ। ਇਸੇ ਚੀਜ਼ ਨਾਲ ਜਿਹੜੀ ਜੁੜਦੀ ਹੋਈ ਗੱਲ ਉਹਨਾਂ ਨੇ ਕਾਲਰ ਨੇ ਕਹੀ ਆ, ਤੁਸੀਂ ਜ਼ਿਕਰ ਕੀਤਾ ਕਿ ਮੁਆਵਜ਼ਾ ਜਿਹੜਾ ਫਸਲ ਦਾ ਉਹ ਕਿਤੇ ਨਾ ਕਿਤੇ ਲੈ ਜਾਂਦੇ ਨੇ, ਸੰਜੀਦਗੀ ਨਾਲ ਇਹਨੂੰ ਦੇਖਣ ਦੀ ਲੋੜ ਜ਼ਰੂਰ ਹੈਗੀ ਆ। ਔਰ ਨਰਮਾ ਬੈਲਟ ਜਿਹੜੀ ਹੈ ਨਵਦੀਪ, ਉਹ ਲਗਾਤਾਰ ਪਿਛਲੇ ਕੁਝ ਸਾਲਾਂ ਤੋਂ ਬੜੀ ਮਾਰ ਚੱਲ ਰਹੀ ਹੈ, ਚਾਹੇ ਉਹ ਚਿੱਟੇ ਮੱਛਰ ਦੀ ਗੱਲ ਹੋਵੇ, ਗੁਲਾਬੀ ਸੁੰਡੀ ਦੀ ਗੱਲ ਹੋਵੇ, ਔਰ ਲਗਾਤਾਰ ਉੱਥੇ ਕਿਸਾਨਾਂ ਦਾ ਨੁਕਸਾਨ ਜ਼ਰੂਰ ਹੋ ਰਿਹਾ। ਕਿਸਾਨੀ, ਮੈਂ ਪਹਿਲਾਂ ਹੀ ਜ਼ਿਕਰ ਕੀਤਾ, ਕਿਸਾਨੀ ਪਹਿਲਾਂ ਹੀ
ਬੜੇ ਕ੍ਰਿਟੀਕਲ ਜੀ ਸਿਚੁਏਸ਼ਨ ਦੇ ਵਿੱਚ ਹੈਗੀ ਹੈ, ਖਾਸ ਤੌਰ 'ਤੇ ਪੰਜਾਬ ਦੇ ਵਿੱਚ, ਪੂਰੇ ਇੰਡੀਆ ਦੇ ਵਿੱਚ ਹੀ ਹੈਗੀ ਹੈ, ਪਰ ਪੰਜਾਬ ਦੇ ਵਿੱਚ। ਔਰ ਇਸ ਦੇ ਨਾਲ ਹੀ ਗੱਲ ਕਰੀਏ ਤਾਂ ਪੰਜਾਬ ਦਾ ਜਿਹੜਾ ਕਿਸਾਨੀ ਮਾਡਲ ਹੈ ਉਹ ਬੜਾ ਬਾਕੀ ਮੁਲਕਾਂ ਦੇ ਨਾਲੋਂ ਅਲੱਗ ਹੈ। ਬਾਕੀ ਮੁਲਕਾਂ ਦੇ ਵਿੱਚ ਕੀ ਹੁੰਦਾ ਕਿ 400 ਕਿੱਲਾ 500 ਕਿੱਲਾ 400 ਏਕੜ 500 ਏਕੜ 800 ਏਕੜ ਜਿਹੜਾ ਆਪਾਂ ਕੈਨੇਡਾ ਜਾਂ US ਦੀ ਗੱਲ ਕਰੀਏ ਉਹਨੂੰ ਕਹਿੰਦੇ ਨੇ ਛੋਟਾ ਕਿਸਾਨ ਹੈ, ਕੋਈ ਜ਼ਿਆਦਾ ਵੱਡਾ ਕਿਸਾਨ ਨਹੀਂ ਹੈ। ਸਾਡੇ ਜ਼ਿਆਦਾਤਰ ਕਿਸਾਨ ਨੇ ਜਿਹੜੇ ਇੱਥੇ 2 ਏਕੜ 2.5 ਏਕੜ 4 ਏਕੜ 5 ਏਕੜ ਵਾਲੇ ਵੀ ਬਹੁਤ ਥੋੜ੍ਹੇ ਨੇ, 2-2.5 ਏਕੜ ਵਾਲੇ ਹੀ ਜ਼ਿਆਦਾ ਕਿਸਾਨ ਨੇ। ਔਰ ਉਸ ਦੇ ਵਿੱਚ ਉਹਨੇ ਆਪਣਾ ਘਰ ਵੀ ਚਲਾਉਣਾ, ਉਸਨੇ ਸਾਰੀ ਚੀਜ਼ ਕਰਨੀ ਹੈਗੀ ਹੈ, ਉਹ ਖੇਤੀ ਦੇ ਉੱਪਰ ਹੀ ਡਿਪੈਂਡੈਂਟ ਹੈਗਾ। ਇਹ ਇੱਕ ਰੀਜ਼ਨ ਨਵਦੀਪ ਇਹੀ ਹੈ ਕਿ ਸਾਡੇ ਜਿਹੜੇ ਲੋਕ ਨੇ ਇੱਥੋਂ ਉਜਰਤ ਕਰਕੇ ਜਿਹੜਾ ਉਹ ਬਾਹਰ ਫੋਰਨ ਦੇ ਵੱਲ ਜਾ ਰਹੇ ਨੇ। ਉਸ ਮਾਡਲ ਨੂੰ ਸਮਝਣ ਦੀ ਲੋੜ ਹੈ। ਜਿਹੜਾ 2 ਏਕੜ 2.5 ਏਕੜ ਦਾ ਕਿਸਾਨ ਹੈ ਉਹ ਕਿਵੇਂ ਉਹ ਸਸਟੇਨ ਕਰੇ ਆਪਣੇ ਆਪ ਨੂੰ। ਆਪਣੇ ਇੱਥੇ ਕਈ ਵਾਰ ਗੱਲ ਚੱਲਦੀ ਹੈ ਕਿ ਲੋਕ ਕਹਿੰਦੇ ਨੇ ਕਿ ਬਹੁਤ ਜ਼ਿਆਦਾ ਸਬਸਿਡੀ ਨਹੀਂ ਦੇਣੀ ਚਾਹੀਦੀ ਕਿਸਾਨਾਂ ਨੂੰ, ਕਰਜ਼ੇ ਮਾਫ ਨਹੀਂ ਕਰਨੇ ਚਾਹੀਦੇ ਕਿਸਾਨਾਂ ਦੇ। ਕਈ ਲੋਕਾਂ ਦਾ ਇਹ ਵਿਊ ਪੁਆਇੰਟ ਹੈਗਾ, ਖੈਰ ਆਪਣਾ ਪਰਸਨਲ ਓਪੀਨੀਅਨ ਹੈ ਉਹਨਾਂ ਦਾ। ਪਰ ਅਗਰ ਤੁਸੀਂ ਵੈਸਟ ਦਾ ਕਿਸਾਨੀ ਮਾਡਲ ਚੱਕ ਕੇ ਦੇਖੋ ਤਾਂ ਹਾਈਲੀ ਸਬਸਿਡਾਈਜ਼ ਖੇਤੀ ਹੈ ਉੱਥੇ, ਬਹੁਤ ਜ਼ਿਆਦਾ ਸਬਸਿਡੀ ਦਿੱਤੀ ਜਾਂਦੀ ਹੈ। ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਜਾਂ ਡਿਵੈਲਪਿੰਗ ਮੁਲਕਾਂ ਦੇ ਵਿੱਚ ਉਨੀ ਸਬਸਿਡੀ ਨਹੀਂ ਹੈਗੀ। ਸਸਟੇਨ ਕਰਨਾ ਕਿਸਾਨਾਂ ਦੇ ਲਈ ਬਹੁਤ ਔਖਾ ਹੈ। ਜੀ ਬਿਲਕੁਲ। ਤੇ ਬਲਦੀਪ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ, ਸ਼ੁਕਰੀਆ। ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ। ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜਦੇ ਹੋ, ਆਪਣਾ ਪੱਖ ਰੱਖਦੇ ਹੋ। ਫੇਸਬੁੱਕ ਦੇ ਜ਼ਰੀਏ ਵੀ, ਆਪਣੇ ਕਮੈਂਟਸ ਦੇ ਜ਼ਰੀਏ ਤੁਸੀਂ ਜਿਹੜੇ ਸਵਾਲ ਨੇ ਉਹ ਕਰਦੇ ਹੋ। ਕੋਸ਼ਿਸ਼ ਕਰਦੇ ਹਾਂ ਕਿ ਸਮਾਂ ਰਹਿੰਦੇ ਨੇ ਜਿਹੜੇ ਉਹਨਾਂ ਦੇ ਜਵਾਬ ਦਿੱਤੇ ਜਾਣ, ਜਿਹੜੇ ਸੁਝਾਅ ਹੁੰਦੇ ਨੇ ਤੁਹਾਡੇ ਬਹੁਤ ਚੰਗੇ ਹੁੰਦੇ ਨੇ। ਇਸੇ ਤਰੀਕੇ ਨਾਲ ਹੀ ਸਾਡੇ ਪ੍ਰੋਗਰਾਮ ਦੇ ਨਾਲ ਜੁੜੇ ਰਿਹਾ ਕਰੋ। ਬਹੁਤ ਵਧੀਆ ਲੱਗਦਾ ਜਦੋਂ ਤੁਸੀਂ ਸਾਨੂੰ ਕਾਲ ਕਰਦੇ ਹੋ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਜੀ। ਮਿਲਾਂਗੇ ਆਪਾਂ ਕੱਲ ਕੁਝ ਹੋਰ ਨਵੇਂ ਮਾਮਲਿਆਂ ਦੇ ਨਾਲ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।